ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਪਏ ਸੁਖ ਸੈਲ ਸ੍ਰੀ ਨਾਨਕ ਪਦ ਪੰਕਜ ਵੰਦਨ ਪਦ ਪੰਕਜ ਵੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਬਾਰ ਬਾਰ ਜਗਦੀਸਾ ਜੋ ਬੁਲਾਵਹਿ ਤਿਉ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜੁਗੋ ਜੁਗ ਅਟਲ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਹਾਲਤ ਪਾਲਤ ਦੇ ਰਾਖੇ ਦੋ ਜਹਾਨ ਵਾਲੀ ਸਤਿਗੁਰੂ ਸਰਬ ਜੀਆਂ ਦੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਗੁਰੂ ਮਰਿਆਦਾ ਦੇ ਅਨੁਸਾਰ ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਗੁਰਦੁਆਰਾ ਸ੍ਰੀ ਪਿਪਲੀ ਸਰ ਸਾਹਿਬ ਜੀ ਵਿਖੇ ਪਹੁੰਚੀ ਸਰਬੱਤ ਸੰਗਤ ਆਪਾਂ ਸਭ ਮਾਈ ਭਾਈ ਬਹੁਤ ਹੀ ਵੱਡੇ ਭਾਗਾਂ ਵਾਲੇ ਸ਼ੁਭ ਕਰਮਾਂ ਵਾਲੇ ਹਾਂ ਜਿਨ੍ਹਾਂ ਤੇ ਦੀਨ ਦਿਆਲ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ। ਆਇਓ ਸੁਨਨ ਪੜਨ ਕੋ ਬਾਣੀ ਸੁਣ ਵਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਪਹੁੰਚਣਾ ਗੁਰੂ ਦਰਬਾਰ ਦੇ ਵਿੱਚ ਨਤਮਸਤਕ ਹੋਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਉਸ ਤੋਂ ਵੀ ਵੱਡੇ ਭਾਗ ਉਹਨਾਂ ਗੁਰੂ ਸਿੱਖਾਂ ਦੇ
ਜੋ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਕੁਝ ਸਮਾਂ ਗੁਰਮਤਿ ਦੀ ਵਿਚਾਰ, ਗੁਰੂ ਇਤਿਹਾਸ ਦੀ ਵਿਚਾਰ ਸਰਵਣ ਕਰਕੇ ਆਪਣੇ ਪੂਰਵਜਾਂ, ਆਪਣੇ ਗੁਰੂ ਪਿਆਰਿਆਂ, ਆਪਣੇ ਸ਼ਹੀਦਾਂ ਸਿੰਘਾਂ ਦੇ ਵੱਡ-ਮੁੱਲੇ ਇਤਿਹਾਸ ਤੋਂ ਜਾਣੂ ਹੁੰਦੇ ਹਨ। ਕਿਉਂਕਿ ਗੁਰੂ ਨਾਨਕ ਦੇ ਘਰ ਦਾ ਜੋ ਵਿਰਸਾ ਹੈ, ਵਿਰਾਸਤ ਹੈ, ਬੜੀ ਅਮੀਰ ਹੈ। ਗੁਰੂ ਦਰਬਾਰ ਦਾ ਜੋ ਇਤਿਹਾਸ ਹੈ, ਬਹੁਤ ਹੀ ਵੱਡ-ਮੁੱਲਾ ਹੈ। ਸੰਸਾਰ ਦੇ ਅੰਦਰ ਬਹੁਤ ਸਾਰੇ ਧਰਮ ਹਨ, ਬਹੁਤ ਸਾਰੀਆਂ ਕੌਮਾਂ ਅਤੇ ਪੰਥ ਹਨ। ਸਾਰਿਆਂ ਦਾ ਇਤਿਹਾਸ ਬੜਾ ਕੀਮਤੀ ਹੈ, ਬੜਾ ਵਿਲੱਖਣ ਹੈ। ਪਰ ਸਾਰਿਆਂ ਧਰਮਾਂ ਦਾ ਅਧਿਐਨ ਕੀਤਿਆਂ, ਸਾਰੇ ਧਰਮਾਂ ਦੇ ਇਤਿਹਾਸ ਨੂੰ ਵਾਚਿਆਂ, ਇਸ ਗੱਲ ਦਾ ਸਿੱਟਾ ਨਿਕਲਦਾ ਹੈ ਕਿ ਜੋ ਵਿਲੱਖਣਤਾ, ਜੋ ਵਿਸ਼ੇਸ਼ਤਾ ਗੁਰੂ ਨਾਨਕ ਦੇ ਦਰਬਾਰ ਦੇ ਅੰਦਰ ਹੈ, ਜੋ ਪਰੰਪਰਾਵਾਂ ਦੇ ਨਾਲ ਭਰਿਆ ਹੋਇਆ ਵਡਮੁੱਲਾ ਇਤਿਹਾਸ ਗੁਰੂ ਨਾਨਕ ਦੇ ਘਰ ਦਾ ਹੈ, ਇਸ ਦਾ ਸਾਨੀ, ਇਸ ਦਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ। ਇਸ ਕਰਕੇ ਆਪਾਂ ਸਾਰੇ ਵੱਡੇ ਹੀ ਭਾਗਾਂ ਵਾਲੇ ਹਾਂ, ਜਿਨ੍ਹਾਂ ਤੇ ਸਤਿਗੁਰੂ ਨੇ ਦਇਆ ਕੀਤੀ ਹੈ। ਸਾਹਿਬ ਜੀ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਣੀ ਗੁਰ ਸਿੱਖ ਪੜ੍ਹਦਿਆਂ। ਸਾਹਿਬ ਕਹਿੰਦੇ ਬਹੁਤ ਵੱਡੇ ਭਾਗਾਂ ਵਾਲੇ ਹਨ ਉਹ ਪੁਰਸ਼, ਉਹ ਗੁਰੂ ਕੇ ਪਿਆਰੇ, ਜੋ ਗੁਰੂ ਚਰਨਾਂ ਦੇ ਵਿੱਚ ਆ ਕੇ ਬੈਠਦੇ ਹਨ, ਸਤਿਗੁਰੂ ਨੂੰ ਸੀਸ ਨਿਵਾ ਕੇ ਨਿਮਰਤਾ ਦੇ ਨਾਲ ਗੁਰੂ ਦਰਬਾਰ ਦੇ ਵਿੱਚੋਂ ਮੱਤ ਲੈਂਦੇ ਹਨ, ਗੁਰੂ ਦਾ ਗਿਆਨ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਦੇ ਹਨ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇ ਆਪਣਾ ਜੀਵਨ ਸਫਲ ਬਣਾਉਣਾ ਹੈ ਤਾਂ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਧਾਰਨ ਕਰ। ਸਾਹਿਬ ਜੀ ਕਹਿੰਦੇ ਹਨ, ਗੁਰ ਕੀ ਮੱਤ ਤੋਂ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸਾਹਿਬ ਕਹਿੰਦੇ ਐ ਵਡਭਾਗੀ ਪੁਰਸ਼, ਐ ਵਡਭਾਗੀ ਗੁਰਸਿੱਖ, ਜੇ ਤੂੰ ਆਪਣੇ ਜੀਵਨ ਨੂੰ ਧਨ ਬਣਾਉਣਾ ਹੈ, ਸਫਲਾ ਕਰਨਾ ਹੈ, ਤਾਂ ਗੁਰੂ ਚਰਨਾਂ ਦੇ ਵਿੱਚ ਆ ਕੇ ਬੈਠ। ਗੁਰੂ ਦਰਬਾਰ ਤੋਂ ਜੋ ਸਿੱਖਿਆ, ਜੋ ਗਿਆਨ ਮਿਲਦਾ ਹੈ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰ। ਸੋ ਪਿਛਲੇ ਕਾਫੀ ਸਮੇਂ ਤੋਂ ਜੋ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਰੋਜ਼ਾਨਾ ਸਰਵਣ ਕਰ ਰਹੇ ਹੋ, ਜਿਵੇਂ ਕਿ ਕੱਲ ਆਪ ਜੀ ਨੇ ਸਰਵਣ ਕੀਤਾ ਸੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਜੀਵਨ ਬੜਾ ਵਿਚਿੱਤਰ ਹੈ, ਬੜਾ ਹੀ ਵਿਲੱਖਣ ਹੈ, ਜਿਨ੍ਹਾਂ ਨੂੰ ਬਚਪਨ ਦੇ ਵਿੱਚੋਂ ਆਪਣੇ ਹੀ ਪਰਿਵਾਰ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੇ ਦੁੱਖ ਤਸੀਹੇ ਪ੍ਰਾਪਤ ਹੋਏ। ਸੰਸਾਰਕ ਤੌਰ ਤੇ ਇਹ ਰੀਤ ਹੈ ਆਪਣੇ ਸਮਾਜ ਦੇ ਅੰਦਰ ਕਿ ਸਾਨੂੰ ਕਈ ਵਾਰ ਆਪਣਿਆਂ ਦਾ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਪਿਛਲੀ ਕਥਾ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਵੇਂ ਛੇਵੇਂ ਪਾਤਸ਼ਾਹ ਨਿਰਵੈਰ ਸਤਿਗੁਰੂ ਨੇ ਸਤਿਗੁਰ ਸਭਨਾਂ ਦਾ ਭਲਾ ਮਨਾਈਂਦਾ। ਸਾਹਿਬ ਜੀ ਕਹਿੰਦੇ ਸਤਿਗੁਰੂ ਸਾਰਿਆਂ ਦਾ ਹੀ ਭਲਾ ਲੋਚਦੇ ਹਨ, ਸਰਬੱਤ ਦਾ ਭਲਾ ਮੰਗਦੇ ਹਨ, ਪਰ ਕਈ ਵਾਰ ਕੁਝ ਈਰਖਾਲੂ ਲੋਕ ਆਪਣੇ ਸੰਸਾਰਿਕ ਲਾਲਚ ਪੂਰੇ ਕਰਨ ਵਾਸਤੇ ਭਲੇ ਪੁਰਸ਼ਾਂ ਨੂੰ, ਗੁਰੂ ਸਾਹਿਬਾਨਾਂ ਨੂੰ ਵੀ ਦੁੱਖ ਦਿੰਦੇ ਆਏ ਹਨ। ਆਪ ਜੀ ਨੇ ਸਰਵਣ ਕੀਤਾ ਹੈ ਕਿਵੇਂ ਉਹਨਾਂ ਦੇ ਜੋ ਰਿਸ਼ਤੇ ਵਿੱਚ ਤਾਇਆ ਲੱਗਦੇ ਹਨ ਬਾਬਾ ਪ੍ਰਿਥੀ ਚੰਦ, ਉਹਨਾਂ ਨੇ ਕਿੰਨੇ ਹੀਲੇ ਵਸੀਲੇ ਵਰਤੇ ਕਿ ਕਿਸੇ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੂੰ ਖਤਮ ਕਰਕੇ ਗੁਰੂ ਨਾਨਕ ਦੀ ਜੋ ਗੱਦੀ ਹੈ, ਜੋ ਗੁਰੂ ਨਾਨਕ ਦਾ ਬੜਮੁੱਲਾ ਵਿਰਾਸਤ ਹੈ, ਇਸ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਬਜ਼ਾ ਕੀਤਾ ਜਾਵੇ। ਪਰ ਸਾਹਿਬ ਜੀ ਕਹਿੰਦੇ ਇਹ ਜੋ ਗੁਰੂ ਨਾਨਕ ਦੀ ਗੱਦੀ ਦੀ ਪਰੰਪਰਾ ਹੈ, ਗੁਰੂ ਨਾਨਕ ਦੇ ਘਰ ਦੀ ਜੋ ਮਰਿਆਦਾ ਹੈ, ਇਹ ਗੁਰੂ ਚੇਲੇ ਦੀ ਪਰੰਪਰਾ ਹੈ। ਇਹ ਸਿੱਖ ਦੀ ਅਤੇ ਗੁਰੂ ਦੇ ਪ੍ਰਤੀ ਪਿਆਰ ਦੀ ਪਰੰਪਰਾ ਹੈ। ਇਹ ਨਾ ਕਿ ਜਾਤ ਪਾਤ ਕਰਕੇ, ਨਾ ਕੋਈ ਗੁਰੂ ਘਰ ਦੇ, ਗੁਰੂ ਪਰਿਵਾਰ ਦੇ ਵਿੱਚ ਜਨਮ ਲੈਣ ਕਰਕੇ ਕਿਸੇ ਦਾ ਇਸ ਗੱਦੀ ਤੇ
ਇਸ ਗੁਰੂ ਨਾਨਕ ਦੇ ਘਰ ਤੇ ਕਿਸੇ ਦਾ ਅਧਿਕਾਰ ਨਹੀਂ ਹੋ ਸਕਦਾ। ਸਾਹਿਬ ਜੀ ਕਹਿੰਦੇ, ਆਪਨ ਬਾਪੈ ਨਾਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਸਾਹਿਬ ਕਹਿੰਦੇ ਇਹ ਨਹੀਂ ਕਿ ਜੇ ਕੋਈ ਗੁਰੂ ਪਰਿਵਾਰ ਦੇ ਵਿੱਚ ਪੈਦਾ ਹੋ ਗਿਆ ਤਾਂ ਉਸ ਦਾ ਹੀ ਹੱਕ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਭਾਈ ਲਹਿਣੇ ਨੂੰ, ਜੋ ਕਿ ਉਹਨਾਂ ਦੇ ਸ਼ਾਗਿਰਦ ਨੇ, ਚੇਲੇ ਨੇ, ਸਿੱਖ ਨੇ, ਉਹਨਾਂ ਨੂੰ ਗੱਦੀ ਦੇ ਵਾਰਸ ਬਣਾਇਆ। ਗੁਰੂ ਘਰ ਦੇ ਅੰਦਰ ਜੋ ਮਰਿਆਦਾ ਹੈ ਉਹ ਯੋਗਤਾ ਦੀ ਹੈ। ਜੋ ਯੋਗ ਹੈ ਉਸੇ ਨੂੰ ਹੀ ਗੁਰੂ ਕੀ ਗੱਦੀ ਦਾ ਵਾਰਸ ਬਣਾਇਆ ਗਿਆ। ਇਸ ਕਰਕੇ ਗੁਰੂ ਸਾਹਿਬਾਨ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀਆਂ ਨੂੰ ਆਪਣਿਆਂ ਦੇ ਵੱਲੋਂ ਬਹੁਤ ਸਾਰੇ ਤਰੀਕਿਆਂ ਦੇ ਨਾਲ ਤੰਗ ਪਰੇਸ਼ਾਨ ਕੀਤਾ ਗਿਆ। ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਵੇਂ ਉਹਨਾਂ ਨੂੰ ਦਹੀਂ ਦੇ ਵਿੱਚ ਜ਼ਹਿਰ ਦੇ ਕੇ ਸਰੀਰਕ ਤੌਰ ਤੇ ਖਤਮ ਕਰਨ ਦੇ ਯਤਨ ਕੀਤੇ। ਫਿਰ ਉਹਨਾਂ ਦੇ ਨਾਲ ਜੋ ਖਿਡਾਰੀ ਹੈ ਉਹਨਾਂ ਨੂੰ ਖਿਡਾਉਣ ਵਾਲੀ ਸੱਪ ਛੱਡ ਕੇ ਗੁਰੂ ਸਾਹਿਬ ਜੀ ਨੂੰ ਸਰੀਰਕ ਤੌਰ ਤੇ ਖਤਮ ਕਰਨ ਦੇ ਯਤਨ ਕੀਤੇ। ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ, ਇੱਕ ਪੰਡਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਸੀ, ਜਿਸ ਨੇ ਕਿ ਆਪਣੀ ਵਿਦਿਆ ਦੇ ਹੰਕਾਰ ਕਰਕੇ ਜਿਹੜੀ ਦੇਵ ਵਿਦਿਆ ਦਾ ਜਿਸ ਨੂੰ ਮਾਣ ਹਾਸਲ ਹੈ, ਸੰਸਕ੍ਰਿਤ ਵਿਦਿਆ, ਉਸ ਨੂੰ ਸਾਰਿਆਂ ਤੋਂ ਸ੍ਰੇਸ਼ਟ ਦੱਸਿਆ ਕਿ ਸੰਸਕ੍ਰਿਤ ਵਿਦਿਆ ਪੜ੍ਹਨ ਵਾਲਾ ਮਨੁੱਖ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਪਰ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਨਾਨਕ ਦਾ ਸਿਧਾਂਤ ਦੱਸਿਆ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਪਹਿਲਾ ਧਰਮ ਸਨ, ਪਹਿਲਾਂ ਪੰਥ ਚੱਲਦੇ ਸਨ, ਉਹਨਾਂ ਨੂੰ ਬਹੁਤ ਸੁਖਾਲੇ ਤਰੀਕੇ ਦੇ ਨਾਲ ਆਮ ਜਨ ਲੋਕਾਂ ਦੇ ਸਮਝ ਵਿੱਚ ਆਉਣ ਵਾਲੀ ਭਾਸ਼ਾ ਦੇ ਵਿੱਚ ਸਾਡੇ ਤੇ ਕਿਰਪਾ ਕੀਤੀ ਹੈ, ਬਾਣੀ ਰਚਨਾ ਕੀਤੀ, ਬਹੁਤ ਹੀ ਸੁਖਾਲਾ ਸਤਿਗੁਰੂ ਜੀ ਨੇ ਰਸਤਾ ਦੱਸਿਆ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਨਾਨਕ ਕੀਤੋ ਪੰਥ ਸੁਖਾਲਾ। ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸੁਖਾਲਾ ਪੰਥ, ਬੜਾ ਸੁਖਾਲਾ ਰਸਤਾ ਸਾਨੂੰ ਦੱਸਿਆ। ਗੁਰੂ ਅਰਜਨ ਦੇਵ ਜੀ ਨੇ ਵੀ ਉਸ ਪੰਡਤ ਨੂੰ ਸਮਝਾਇਆ ਕਿ ਪੰਡਤ ਜੀ, ਜਿਹੜੀ ਦੇਵ ਭਾਸ਼ਾ ਹੈ, ਸੰਸਕ੍ਰਿਤ ਹੈ, ਉਹ ਆਮ ਜਨ ਸਧਾਰਨ ਬੁੱਧੀ ਤੋਂ ਪਰੇ ਹੈ। ਆਮ ਲੋਕ ਉਸ ਨੂੰ ਨਾ ਪੜ੍ਹ ਸਕਦੇ ਹਨ, ਨਾ ਸਮਝ ਸਕਦੇ ਹਨ। ਇਸ ਕਰਕੇ ਗੁਰੂ ਨਾਨਕ ਦੀ ਜੋ ਮਰਿਆਦਾ ਹੈ, ਬਹੁਤ ਸੁਖਾਲੇ ਤਰੀਕੇ ਦੇ ਨਾਲ ਤਿੰਨ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ੇ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਗ੍ਰਸਤ ਮਾਰਗ ਵਿੱਚ ਰਹਿੰਦਿਆਂ ਜਿਹੜਾ ਇਹਨਾਂ ਦਾ ਪਾਲਣ ਕਰੇਗਾ, ਸਾਹਿਬ ਕਹਿੰਦੇ ਉਸ ਦਾ ਪਾਰ ਉਤਾਰਾ ਹੋ ਜਾਵੇਗਾ। ਸੋ ਅੱਜ ਦੀ ਕਥਾ ਦੇ ਅੰਦਰ ਛੇਵੇਂ ਪਾਤਸ਼ਾਹ ਤੇ ਜੋ ਹੋਰ ਇੱਕ ਤਕਲੀਫ ਆਈ ਹੈ, ਇੱਕ ਸਰੀਰਕ ਔਕੜ ਆਈ ਹੈ, ਉਹ ਹੈ ਕਿ ਛੇਵੇਂ ਪਾਤਸ਼ਾਹ ਜੀ ਨੂੰ ਅੰਤ ਦਾ ਜੋ ਤਾਪ ਚੜਿਆ ਹੈ, ਸਰੀਰਕ ਤੌਰ ਤੇ ਬਿਮਾਰੀ ਹੈ। ਕਿਉਂਕਿ ਸਾਧ ਸੰਗਤ ਜੀ, ਇਹ ਕਥਾ ਸੁਣਨ ਦਾ, ਇਹ ਕਥਾ ਪੜ੍ਹਨ ਦਾ ਇਹ ਲਾਭ ਹੈ ਕਿ ਸਾਡੇ ਮਨ ਅੰਦਰ ਵੀ ਗਿਆਨ ਪ੍ਰਕਾਸ਼ ਹੋ ਜਾਵੇ। ਸਾਡੇ ਸਰੀਰ ਤੇ ਜਦੋਂ ਕਸ਼ਟ ਆਉਂਦਾ ਹੈ ਤਾਂ ਅਸੀਂ ਗਿਲਾ ਸ਼ਿਕਵਾ ਕਰਦੇ ਹਾਂ ਉਸ ਪਰਮਾਤਮਾ ਦੇ ਪ੍ਰਤੀ। ਕਈ ਵਾਰ ਕੋਈ ਦਿਨ ਸੇਵਾ ਕਰਕੇ ਮਨ ਵਿੱਚ ਸ਼ੰਕਾ ਹੋ ਜਾਂਦੀ ਹੈ ਕਿ ਮੇਰੇ ਸਰੀਰ ਦਾ ਰੋਗ, ਮੇਰੇ ਸਰੀਰ ਦਾ ਕਸ਼ਟ ਨਿਵਾਰਨ ਨਹੀਂ ਹੋਇਆ, ਕਸ਼ਟ ਨਹੀਂ ਕੱਟਿਆ ਗਿਆ। ਪਰ ਜਦੋਂ ਆਪਾਂ ਗੁਰੂ ਦਾ ਇਤਿਹਾਸ ਪੜ੍ਹਾਂਗੇ ਤਾਂ ਸਾਨੂੰ ਇਸ ਗੱਲ ਦੀ ਸਿੱਖਿਆ ਮਿਲਦੀ ਹੈ ਕਿ ਸਰੀਰਕ ਤੌਰ ਤੇ ਭਾਵੇਂ ਕੋਈ ਵੀ ਹੈ, ਇਹ ਬਿਮਾਰੀ, ਇਹ ਕਸ਼ਟ ਹਰ ਇੱਕ ਨੂੰ ਆਇਆ ਹੈ। ਸੋ ਅੱਜ ਦੀ ਕਥਾ ਦੇ ਅੰਦਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸਾਨੂੰ ਸਮਝਾਉਣਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ। ਖੇਲਤ ਲਰਕਨ ਸੰਗ, ਅਜਰ ਬਿਹਾਰਤ ਦੂਰ ਤੇ, ਦੇਖਤ ਜਨਨੀ ਗੰਗ। ਆਪਣੀਆਂ ਮਨ ਬਿਰਤੀਆਂ ਨੂੰ ਟਿਕਾਉਣ ਵਾਸਤੇ ਆਪਣੇ ਮਨ ਦੇ ਵਿਚਾਰਾਂ ਨੂੰ ਉਸ ਸਮੇਂ ਦੇ ਨਾਲ ਜੋੜਨ ਦਾ ਯਤਨ ਕਰੀਏ, ਜਿਹੜੇ ਸਮੇਂ ਦੀ ਗੱਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਨੂੰ ਦੱਸ ਰਹੇ ਹਨ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਪਰਿਵਾਰ, ਉਹਨਾਂ ਦੇ ਘਰ ਦੇ ਜੋ ਉਸ ਵੇਲੇ ਦੇ ਹਾਲਾਤ ਹਨ, ਉਹ ਕਵੀ ਰਾਜ ਜੀ ਸਾਨੂੰ ਦੱਸ ਰਹੇ ਹਨ। ਸੋ ਸਾਰੀ ਸੰਗਤ
ਮਨ ਦੇ ਟਿਕਾਅ ਵਾਸਤੇ, ਮਨ ਦੇ ਬਲਬਲਿਆਂ ਨੂੰ ਰੋਕਣ ਵਾਸਤੇ, ਇਤਿਹਾਸ ਦੇ ਨਾਲ, ਕਥਾ ਦੇ ਨਾਲ ਚਿੱਤ ਬਿਰਤੀ ਜੋੜਨ ਵਾਸਤੇ ਸਾਰੀ ਸੰਗਤ ਸਾਵਧਾਨ ਹੋ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਵੀ ਜੀ ਕਹਿੰਦੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਹਾਣ ਦੇ ਲੜਕਿਆਂ ਦੇ ਨਾਲ, ਬੱਚਿਆਂ ਦੇ ਨਾਲ ਖੇਡਦੇ ਰਹਿੰਦੇ ਸਨ, ਕਿਉਂਕਿ ਜਿਹੋ ਜੀ ਅਵਸਥਾ ਹੁੰਦੀ ਹੈ ਉਹ ਜੀ ਅਵਸਥਾ ਦੇ ਨਾਲ ਸਾਡਾ ਮੇਲ ਮਿਲਾਪ ਹੋ ਜਾਂਦਾ ਹੈ। ਬੱਚਿਆਂ ਨੂੰ ਆਪਣੇ ਹਾਣ ਦੇ ਬੱਚੇ ਪਿਆਰੇ ਲੱਗਦੇ ਹਨ, ਨੌਜਵਾਨਾਂ ਦਾ ਮੇਲ ਨੌਜਵਾਨਾਂ ਦੇ ਨਾਲ, ਤੇ ਬਜ਼ੁਰਗ ਅਵਸਥਾ ਵਾਲਿਆਂ ਦੇ ਨਾਲ ਮੇਲ ਹੁੰਦਾ ਹੈ। ਜਿਵੇਂ ਸਿਆਣੇ ਕਹਿੰਦੇ ਕਿ ਹਾਣ ਨੂੰ ਹਾਣ ਪਿਆਰਾ ਲੱਗਦਾ ਹੈ, ਇਸ ਤਰ੍ਹਾਂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਲੜਕਿਆਂ ਦੇ ਨਾਲ ਖੇਡਦੇ ਹਨ। ਕਵੀ ਜੀ ਕਹਿੰਦੇ ਉਹ ਵਿਹੜੇ ਦੇ ਵਿੱਚ ਵਿਚਰਦੇ ਦੌੜਦੇ ਫਿਰਦੇ ਹਨ, ਅਤੇ ਜੋ ਉਹਨਾਂ ਦੀ ਜਨਨੀ ਹੈ, ਉਹਨਾਂ ਨੂੰ ਪੈਦਾ ਕਰਨ ਵਾਲੀ ਸਤਿਕਾਰਯੋਗ ਮਾਤਾ ਗੰਗਾ ਜੀ ਹੈ, ਉਹਨਾਂ ਦੇ ਆਲੇ ਦੁਆਲੇ ਖੇਡਦੇ ਹਨ ਤੇ ਉਹਨਾਂ ਨੂੰ ਪਿਆਰ ਦੇ ਨਾਲ ਦੇਖਦੇ ਹਨ। ਲੋਕ ਛੰਦ ਤਨ ਭੂਖਨ ਚਾਰਿਆ ਦੁਖਨ ਕੇ, ਪਿਖ ਨਾਸ਼ਕ ਬ੍ਰਿੰਦ ਕਲੂਖਨ ਕੇ, ਸੁਖ ਦੇਤ ਮਹਾ ਸਿਖ ਦਾਸਨ ਕੋ, ਰਹਿ ਸੰਗ ਗਿਆਨ ਵਿਨਾਸ਼ਨ ਕੋ। ਕਵੀ ਜੀ ਕਹਿੰਦੇ ਤਨ ਭੂਖਨ ਚਾਰ ਅਦੁਖਨ ਕੇ, ਦੁੱਖਾਂ ਤੋਂ ਰਹਿਤ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਤਨ ਤੇ ਸੁੰਦਰ ਗਹਿਣੇ ਸਨ। ਸਰੀਰ ਨੂੰ ਸਵਾਰਨ ਵਾਸਤੇ ਆਪਾਂ ਕਈ ਪ੍ਰਕਾਰ ਦੇ ਗਹਿਣੇ ਪਾਉਂਦੇ ਹਾਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਦੇ ਸਰੀਰ ਤੇ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਜੋ ਵਾਰਸ ਹਨ, ਗੁਰੂ ਨਾਨਕ ਦੀ ਗੱਦੀ ਤੇ ਜਿਨ੍ਹਾਂ ਨੇ ਮਾਲਕ ਬਣਨਾ ਹੈ, ਜੋ ਕਿ ਲੋਕ ਪਰਲੋਕ ਦੇ ਸਹਾਇਕ ਹਨ, ਦੁਨੀਆ ਦੀ ਜੋ ਧਨ ਦੌਲਤ ਹੈ ਸਤਿਗੁਰੂ ਦੇ ਚਰਨਾਂ ਦੀ ਦਾਸੀ ਹੈ, ਬਹੁਤ ਸਾਰੇ ਸੁੰਦਰ ਗਹਿਣੇ ਪਹਿਨੇ ਹੋਏ ਹਨ। ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਬਹੁਤ ਸਾਰੇ ਕਸ਼ਟਾਂ ਦਾ ਨਾਸ ਹੋ ਜਾਂਦਾ ਹੈ। ਸਾਹਿਬ ਜੀ ਕਹਿੰਦੇ ਹਨ ਕਿ ਗੁਰੂ ਦਰਬਾਰ ਵਿੱਚ ਆ ਕੇ ਗੁਰੂ ਦੇ ਦਰਸ਼ਨ ਕੀਤਿਆਂ ਹੀ ਸਰੀਰ ਦੇ ਉੱਪਰ ਇੰਨਾ ਅਸਰ ਹੁੰਦਾ ਹੈ ਕਿ ਮਨ ਨੂੰ ਚੈਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਦੇ ਸਰੀਰ ਦੇ ਜੋ ਪ੍ਰਤੱਖ ਦਰਸ਼ਨ ਹਨ, ਉਹਨਾਂ ਨੂੰ ਕਰਨ ਦੇ ਨਾਲ, ਉਹਨਾਂ ਨੂੰ ਵੇਖਣ ਦੇ ਨਾਲ ਕਵੀ ਜੀ ਕਹਿੰਦੇ ਕਸ਼ਟਾਂ ਦਾ ਨਾਸ ਹੋ ਜਾਂਦਾ ਸੀ। ਉਹ ਸਿੱਖਾਂ ਅਤੇ ਸੇਵਕਾਂ ਨੂੰ ਮਹਾ ਸੁਖ ਦਿੰਦੇ ਹਨ। ਆਪਣੇ ਪਿਆਰਿਆਂ ਨੂੰ ਮਨ ਵਾਸ਼ਤ ਜੋ ਫਲ ਹਨ ਉਹ ਬਖਸ਼ਿਸ਼ ਕਰਦੇ ਹਨ। ਜੋ ਸਿੱਖ ਉਹਨਾਂ ਦੇ ਹਰ ਵੇਲੇ ਅੰਗ ਸੰਗ ਰਹਿੰਦੇ ਸਨ, ਉਹਨਾਂ ਦੀ ਅਗਿਆਨਤਾ ਦਾ ਨਾਸ਼ ਕਰਦੇ ਸਨ। ਸਭ ਤੋਂ ਵੱਡਾ ਜੋ ਗੁਰੂ ਦਰਬਾਰ ਦੇ ਵਿੱਚ ਆਉਣ ਦਾ ਲਾਭ ਹੈ ਕਿ ਸਾਡੀ ਜੋ ਭੈੜੀ ਮਤ ਹੈ, ਦੁਰਮਤ ਹੈ, ਉਸ ਦਾ ਨਾਸ਼ ਹੋ ਜਾਂਦਾ ਹੈ ਅਤੇ ਗੁਰੂ ਦੀ ਮਤ, ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸ ਕੇ ਅਗਿਆਨਤਾ ਦਾ ਨਾਸ਼ ਹੋ ਜਾਂਦਾ ਹੈ। ਦਰ ਸੰਤ ਭਲੇ ਪਰ ਸੰਤ ਪਗੰ, ਹਰ ਖੰਤ ਹਿਰਦੈ ਹਰ ਪੰਥ ਲਗੰ, ਫਲ ਦੇਖਨ ਕੋ ਬੜ ਪਾਵਤ ਹੈ, ਤਜ ਬ੍ਰਿੰਦ ਵਿਕਾਰ ਸੁਆਵਤ ਹੈ। ਕਵੀ ਜੀ ਕਹਿੰਦੇ ਲੋਕ ਉਹਨਾਂ ਦੇ ਸ਼ੁਭ ਦਰਸ਼ਨ ਕਰਕੇ ਅਤੇ ਚਰਨ ਛੋਹ ਕੇ ਪ੍ਰਸੰਨ ਹੁੰਦੇ ਸਨ। ਗੁਰੂ ਚਰਨਾਂ ਤੇ ਆ ਕੇ ਮੱਥਾ ਟੇਕ ਕੇ ਸਤਿਗੁਰਾਂ ਦੇ ਪ੍ਰਤੱਖ ਦਰਸ਼ਨ ਕਰਕੇ ਮਨ ਨੂੰ ਬੜਾ ਚੈਨ ਅਤੇ ਸ਼ਾਂਤੀ ਮਿਲਦੀ ਹੈ। ਫਿਰ ਉਹਨਾਂ ਦੇ ਹਿਰਦੇ ਵਿੱਚ ਖੁਸ਼ੀ ਹੁੰਦੀ ਸੀ ਕਿ ਪਰਮੇਸ਼ਰ ਦੇ ਰਾਹ ਲੱਗੇ ਹਾਂ, ਕਿਉਂਕਿ ਜਿਹੋ ਜੀ ਸੰਗਤ ਵਿੱਚ ਬੈਠਾਂਗੇ, ਜਿਹੋ ਜਿਹਾ ਸੰਗ ਕਰਾਂਗੇ, ਉਹੋ ਜਿਹਾ ਅਸਰ ਸਾਡੇ ਸਰੀਰ ਤੇ ਹੋ ਜਾਂਦਾ ਹੈ। ਇਸੇ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਬਾਸਣ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਬੀਰ ਸਾਹਿਬ ਜੀ ਕਹਿੰਦੇ ਕਾਲੇ ਭਾਂਡੇ ਦਾ ਸੰਗ ਕਰਾਂਗੇ ਤਾਂ ਕੋਈ ਨਾ ਕੋਈ ਦਾਗ ਸਾਡੇ ਵੀ ਕੱਪੜੇ ਤੇ ਲੱਗ ਜਾਵੇਗਾ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਸੇ ਤਰ੍ਹਾਂ ਉਹ ਵਡਭਾਗੇ ਗੁਰੂ ਕੇ ਸਿੱਖੋ ਸੰਗਤਾਂ ਜਿਹੜੀਆਂ ਗੁਰੂ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਕਰਦੀਆਂ ਹਨ, ਗੁਰੂ ਦਰਬਾਰ ਦੀ ਹਾਜ਼ਰੀ ਭਰਦੀਆਂ ਹਨ, ਤਾਂ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਆਪਾਂ ਕੋਈ ਚੰਗੇ ਰਸਤੇ ਤੇ ਲੱਗੇ ਹਾਂ, ਗੁਰੂ ਦਰਬਾਰ ਦੀ ਸੰਗਤ ਕਰ ਰਹੇ ਹਾਂ। ਜਿਵੇਂ ਕਿ
ਭਾਵੇਂ ਸੰਗਤ ਥੋੜੀ ਹੋਵੇ, ਪਰ ਜਿੰਨੀ ਵੀ ਗੁਰੂ ਚਰਨਾਂ ਵਿੱਚ ਆਈ ਹੈ, ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਤਸੱਲੀ ਤਾਂ ਹੈ ਕਿ ਆਪਾਂ ਆਪਣੇ ਸਮੇਂ ਨੂੰ ਸਫਲਾ ਕਰ ਰਹੇ ਹਾਂ। ਨਹੀਂ ਤਾਂ ਇਸ ਸਮੇਂ ਉਹ ਲੋਕ ਵੀ ਬਹੁਤ ਸਾਰੇ ਹਨ ਜਿਹੜੇ ਕਿ ਇਸ ਸਮੇਂ ਕੋਈ ਨਸ਼ਾ ਕਰਕੇ, ਕੋਈ ਵਿਕਾਰ ਭੋਗ ਕੇ, ਕੋਈ ਟੈਲੀਵਿਜ਼ਨ ਤੇ ਹੋਰ ਗੰਦ-ਮੰਦ ਵੇਖ ਕੇ ਜਾਂ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਸਮੇਂ ਨੂੰ ਅਜਾਈਂ ਗਵਾ ਦਿੰਦੇ ਹਨ। ਪਰ ਇੱਕ ਗੁਰੂ ਕੇ ਉਹ ਸਿੱਖ ਹਨ ਜਿਹੜੇ ਕਿ ਇਸ ਸਮੇਂ ਨੂੰ ਸਫਲਾ ਕਰਨ ਵਾਸਤੇ ਗੁਰੂ ਚਰਨਾਂ ਨਾਲ ਜੁੜੇ। ਹੁਣ ਉਹ ਸੰਗਤ ਵੀ ਕਹਿੰਦੇ ਮਨ ਦੇ ਵਿੱਚ ਬੜੀ ਖੁਸ਼ ਹੋਈ ਹੈ ਕਿ ਆਪਾਂ ਗੁਰੂ ਚਰਨਾਂ ਦੇ ਨਾਲ ਜੁੜੇ ਹਾਂ, ਪਰਮੇਸ਼ਰ ਦੇ ਰਾਹ ਤੇ ਲੱਗੇ ਹਾਂ ਤੇ ਉਹਨਾਂ ਦੇ ਦਰਸ਼ਨਾਂ ਨਾਲ ਹੀ ਵੱਡੇ ਫਲ ਪ੍ਰਾਪਤ ਹੁੰਦੇ ਹਨ। ਉਹ ਅਨੇਕਾਂ ਵਿਕਾਰਾਂ ਦਾ ਤਿਆਗ ਕਰਕੇ ਸੋਭਾ ਪਾਉਂਦੇ ਹਨ, ਕਿਉਂਕਿ ਜਦੋਂ ਗੁਰੂ ਚਰਨਾਂ ਨਾਲ ਜੁੜਾਂਗੇ ਤਾਂ ਗੁਰੂ ਬਾਣੀ ਦੇ ਵਿੱਚੋਂ ਸਾਨੂੰ ਸਿੱਖਿਆ ਮਿਲੇਗੀ। ਨਿੰਦਾ, ਚੁਗਲੀ, ਦਵੈਸ਼, ਈਰਖਾ ਭਾਵ ਤੋਂ ਆਪਾਂ ਨੂੰ ਛੁਟਕਾਰਾ ਮਿਲੇਗਾ ਅਤੇ ਫਿਰ ਮਨ ਸ਼ੁੱਧ ਹੋ ਜਾਵੇਗਾ। ਸਾਹਿਬ ਜੀ ਕਹਿੰਦੇ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਸ਼ੁੱਧ ਕਰ ਦਿੰਦੀ ਹੈ, ਇਸੇ ਤਰ੍ਹਾਂ ਗੁਰੂ ਦਰਬਾਰ ਦੀ ਕੀਤੀ ਹੋਈ ਸੰਗਤ, ਗੁਰੂ ਕੇ ਘਰ ਦੀ ਕੀਤੀ ਹੋਈ ਸੇਵਾ ਸਾਡੇ ਮਨੁੱਖਾ ਜੀਵਨ ਨੂੰ ਸਾਫ਼ ਤੇ ਸਵੱਛ ਕਰਦੀ ਹੈ। ਇਸੇ ਤਰ੍ਹਾਂ ਉਹ ਜੋ ਗੁਰਮੁਖ ਪਿਆਰੇ ਹਨ, ਆਪਣੇ ਵਿਕਾਰਾਂ ਦਾ ਤਿਆਗ ਕਰਕੇ ਸੋਭਾ ਪਾਉਂਦੇ ਹਨ। ਇਮ ਕੇਤਕ ਦਿਓਸ ਬਤੀਤ ਗਏ, ਬੜ ਢੀਲ ਸਰੀਰ ਸੋਤ ਪਏ। ਤਨ ਤਾਰਨ ਕੋਜਨ ਸਵਾਂਗ ਲਾਇਓ, ਨਿਰਬਾਹਤ ਤੈ ਸੇਰੀਤ ਕਾਇਓ। ਇਮ ਕੇਤਕ ਦਿਓਸ ਬਤੀਤ ਗਏ। ਕਵੀ ਜੀ ਕਹਿੰਦੇ ਇਸ ਤਰ੍ਹਾਂ ਕਿੰਨੇ ਹੀ ਦਿਨ ਬੀਤ ਗਏ, ਸੰਗਤ ਆਉਂਦੀ ਹੈ, ਗੁਰੂ ਚਰਨਾਂ ਦੇ ਦਰਸ਼ਨ ਕਰਦੀ ਹੈ ਅਤੇ ਬਾਲਕ ਰੂਪ ਦੇ ਵਿੱਚ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਸਰੀਰ ਹੈ, ਬੜ ਢੀਲ ਸਰੀਰ ਸੁਹੋਤ ਭਇਓ। ਗੁਰੂ ਸਾਹਿਬ ਜੀ ਦਾ ਜੋ ਸਰੀਰ ਹੈ ਚੰਗਾ ਸੁਡੋਲ, ਕਿਉਂਕਿ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਜਿਹੜਾ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਰੀਰ ਹੈ ਉਹ ਬਹੁਤ ਵੱਡਾ ਭਾਰਾ ਸੁਡੋਲ ਹੈ, ਬੜੀ ਤਾਕਤ ਹੈ, ਅਥਾਹ ਸ਼ਕਤੀਆਂ ਦੇ ਮਾਲਕ ਹਨ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਬੜ ਜੋਧਾ ਲਿਖਿਆ ਹੈ ਤੇ ਨਾਲ ਸਤਿਗੁਰੂ ਜੀ ਪਰਉਪਕਾਰੀ ਵੀ ਬਹੁਤ ਹਨ। ਅੱਗੇ ਚੱਲ ਕੇ ਆਪ ਜੀ ਕਥਾ ਵਿੱਚ ਸਰਵਣ ਕਰੋਗੇ ਉਹਨਾਂ ਦੇ ਕੀਤੇ ਹੋਏ ਪਰਉਪਕਾਰ, ਜਿਹੜੇ ਕਿ ਪੈਂਦੇ ਖਾਨ ਵਰਗੇ ਨੂੰ ਜਿਹੜਾ ਉਹਨਾਂ ਤੇ ਚੜ੍ਹ ਕੇ ਆਇਆ ਉਸ ਨੂੰ ਵੀ ਵਾਰ ਕਰਨਾ ਸਿਖਾਉਂਦੇ ਹਨ, ਉਸ ਨੂੰ ਵੀ ਮੁਕਤੀ ਦੀ ਦਾਤ ਦਿੰਦੇ ਹਨ। ਹੋਰ ਅਨੇਕਾਂ ਪ੍ਰਾਣੀਆਂ ਦਾ ਗੁਰੂ ਸਾਹਿਬ ਜੀ ਨੇ ਜਿਵੇਂ ਭਲਾ ਕੀਤਾ ਉਹ ਅਗਲੀ ਕਥਾ ਦੇ ਵਿੱਚ ਆਪ ਜੀ ਸਰਵਣ ਕਰੋਗੇ। ਪਰ ਇਸੇ ਤਰ੍ਹਾਂ ਕਵੀ ਸਾਹਿਬ ਜੀ ਕਹਿੰਦੇ ਹਨ ਕਿ ਬਾਲ ਅਵਸਥਾ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਸਰੀਰ ਬੜਾ ਸੁਡੋਲ, ਬੜਾ ਤਕੜਾ ਹੈ ਤੇ ਮਨੁੱਖੀ ਜਾਮਾ ਧਾਰਨ ਕਰਨ ਲਈ ਜਿਨ੍ਹਾਂ ਨੇ ਜਾਣੋ ਸਵਾਂਗ ਰਚਿਆ ਸੀ, ਕਿਉਂਕਿ ਅਕਾਲ ਪੁਰਖ ਪਰਮਾਤਮਾ ਦੀ ਜੋਤ ਹੈ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਭੱਟਾ ਨੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਲਿਖਿਆ ਕਿ ਉਹ ਆਪ ਪਰਮੇਸ਼ਰ ਅਵਤਾਰ ਧਾਰ ਕੇ ਆਇਆ। ਹੁਣ ਉਹੀ ਜੋਤ, ਉਹੀ ਜਾਮਾ ਸਰੀਰ ਭਾਵੇਂ ਬਦਲਿਆ ਹੈ, ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਏ। ਅੰਦਰਲੀ ਜੋਤ ਇੱਕੋ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ। ਸਰੀਰਾਂ ਦੇ ਰੂਪ ਵੱਖਰੇ ਹਨ, ਸਰੀਰਾਂ ਦਾ ਸਹਿਜ ਸੁਡੋਲ ਤੇ ਉਹ ਸਤਿਗੁਰੂ ਮਹਾਰਾਜ ਜੀ ਦਾ ਵੱਖਰਾ ਹੈ ਭਾਵੇਂ, ਪਰ ਛੇਵੇਂ ਪਾਤਸ਼ਾਹ ਦੇ ਵਿੱਚ ਵੀ ਉਹੀ ਜੋਤ ਹੈ ਗੁਰੂ ਨਾਨਕ ਸਾਹਿਬ ਜੀ ਵਾਲੀ। ਮਾਨੋ ਕਿ ਪਰਮਾਤਮਾ ਨੇ ਮਨੁੱਖਾ ਰੂਪ ਧਾਰਨ ਕੀਤਾ ਹੈ, ਉਹ ਉਸੇ ਤਰ੍ਹਾਂ ਚੰਗੀ ਰਹੁ ਰੀਤੀ ਦੇ ਨਾਲ ਨਿਭਾ ਰਹੇ ਸਨ। ਇਕ ਦਿਓਸ ਚੜਿਓ ਤਨ ਤਾਪ ਮਹਾ, ਬਹੁ ਕੰਪਤ ਅੰਗ ਸਤਾਪ ਲਹਾ। ਬਹੁ ਬਾਰੈ ਬਾਰ ਸੁਪਾਨ ਕਰੈ, ਮੁਖ ਸੂਕਤ ਜਾਤ ਨਾ ਹੋਤ ਥਿਰੈ। ਭਾਵੇਂ ਕਿ ਸਤਿਗੁਰੂ ਮਹਾਰਾਜ ਜੀ ਅਕਾਲ ਪੁਰਖ ਦਾ ਹੀ ਸਰੂਪ ਹਨ, ਪਰ ਜੋ ਉਹਨਾਂ ਦਾ ਸਰੀਰ ਹੈ ਉਹ ਸਾਡੇ ਵਾਂਗਰਾਂ ਸੰਸਾਰਕ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ, ਤਾਂ ਉਸ ਸਰੀਰ ਨੂੰ ਕਵੀ ਜੀ ਕਹਿੰਦੇ ਇੱਕ ਦਿਨ ਐਸਾ ਭਿਆਨਕ ਤਾਪ ਚੜ੍ਹਿਆ ਹੈ, ਬਹੁ ਕੰਪਤ ਅੰਗ ਸੰਤਾਪ ਲਹਾ, ਕਿ ਗੁਰੂ ਸਾਹਿਬ ਜੀ ਦੇ ਅੰਗ ਪੈਰ ਬੁਖਾਰ ਦੇ ਕਾਰਨ, ਤਾਪ ਦੇ ਕਾਰਨ ਕੰਬਣ ਲੱਗ ਪਏ ਹਨ।
ਅਤੇ ਸਰੀਰ ਨੂੰ ਬਹੁਤ ਕਸ਼ਟ ਹੋਇਆ। ਆਪਾਂ ਸੰਸਾਰਕ ਜੀਵ ਹਾਂ। ਜਦੋਂ ਕਦੇ ਬੁਖਾਰ ਤਾਪ ਚੜ੍ਹਦਾ ਹੈ ਤਾਂ ਸਾਡੇ ਸਰੀਰ ਦੀ ਕੀ ਹਾਲਤ ਹੋ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ ਕਹਿੰਦੇ ਜਦੋਂ ਤਾਪ ਚੜ੍ਹਿਆ, ਬਹੁਤ ਕਸ਼ਟ ਹੋਇਆ ਤੇ ਬਾਰ-ਬਾਰ ਉਹ ਪਾਣੀ ਪੀਂਦੇ ਹਨ। ਬਹੁ ਬਾਰੈ ਬਾਰ ਸੋ ਪਾਨ ਕਰੈ, ਕਿਉਂਕਿ ਅੰਦਰ ਜੋ ਗਰਮੀ ਹੈ ਤਾਪ ਦੀ, ਉਸ ਕਰਕੇ ਪਾਣੀ ਪੀਣ ਨੂੰ ਬਹੁਤ ਦਿਲ ਕਰਦਾ ਹੈ ਤੇ ਬਾਰ-ਬਾਰ ਸਤਿਗੁਰੂ ਮਹਾਰਾਜ ਜੀ ਪਾਣੀ ਪੀਂਦੇ ਹਨ ਤੇ ਮੂੰਹ ਸੁੱਕਦਾ ਜਾ ਰਿਹਾ ਹੈ ਤੇ ਉਹਨਾਂ ਨੂੰ ਟਿਕਾ ਨਹੀਂ ਆ ਰਿਹਾ, ਸਰੀਰ ਬੇਚੈਨ ਹੋ ਰਿਹਾ ਹੈ। ਭਿਖ ਗੰਗ ਸੋ ਵਿਆਕੁਲ ਨੰਦਨ ਕੋ, ਸੁਧ ਭੇਜ ਦਈ ਜਗ ਬੰਧਨ ਕੋ। ਢਿਗ ਬੈਠ ਰਹੀ ਦੁਖ ਪਾਵਕ ਹੈ, ਪ੍ਰੈ ਪੁੱਤਰ ਭਿਖੈ ਤਪ ਤਾਵਤ ਹੈ। ਜਦੋਂ ਇਹ ਅਵਸਥਾ ਸਤਿਗੁਰੂ ਮਹਾਰਾਜ ਜੀ ਦੀ ਮਾਤਾ ਗੰਗਾ ਜੀ ਨੇ ਵੇਖੀ ਤਾਂ ਆਪਣੇ ਸਪੁੱਤਰ ਨੂੰ ਵਿਆਕੁਲ ਵੇਖ ਕੇ, ਬੁਖਾਰ ਦੇ ਨਾਲ ਨਿਢਾਲ ਵੇਖ ਕੇ, ਉਹਨਾਂ ਨੇ ਉਸੇ ਵੇਲੇ ਜਗਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਖਬਰ ਭੇਜ ਦਿੱਤੀ ਹੈ। ਕਿਉਂਕਿ ਮਾਤਾ ਦਾ ਹਿਰਦਾ ਬਹੁਤ ਕੋਮਲ ਹੈ, ਭਾਵੇਂ ਉਹ ਕਿਸੇ ਸੂਰਮੇ ਗੁਰੂ ਪਿਤਾ ਦੀ ਮਾਂ ਹੈ, ਭਾਵੇਂ ਕੋਈ ਉਹ ਸੰਸਾਰਕ ਤੌਰ ਤੇ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਕੋਈ ਆਮ ਮਾਤਾ ਹੈ, ਉਹਨਾਂ ਦਾ ਜਿਹੜਾ ਆਪਣੇ ਪੁੱਤਰ ਪ੍ਰਤੀ, ਆਪਣੇ ਔਲਾਦ ਪ੍ਰਤੀ ਪ੍ਰੇਮ ਹੈ, ਉਹ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਇਹ ਗੱਲ ਵੱਖਰੀ ਹੈ ਕਿ ਜਿਹੜੀਆਂ ਸ਼ਹੀਦ ਸਿੰਘਾਂ ਦੀਆਂ ਮਾਵਾਂ ਨੇ, ਸੂਰਮਿਆਂ ਦੀਆਂ ਮਾਵਾਂ ਨੇ, ਉਹ ਆਪਣੇ ਦੁੱਖ ਤਕਲੀਫ ਨੂੰ ਬਿਆਨ ਨਹੀਂ ਕਰਦੀਆਂ। ਆਪਣੇ ਅੰਦਰ ਜਰਨ ਦੀ, ਜਜ਼ਬ ਕਰਨ ਦੀ ਸ਼ਕਤੀ ਹੁੰਦੀ ਹੈ, ਪਰ ਇੱਕ ਆਮ ਸੰਸਾਰਕ ਮਾਂ ਜੋ ਹੈ ਉਹ ਆਪਣੇ ਪੁੱਤਰਾਂ ਦੀ, ਆਪਣੇ ਬੱਚਿਆਂ ਦੀ ਤਕਲੀਫ ਨੂੰ ਸਹਿਣ ਨਹੀਂ ਕਰ ਸਕਦੀਆਂ। ਤੇ ਹੁਣ ਕਵੀ ਜੀ ਕਹਿੰਦੇ ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਬੁਖਾਰ ਚੜ੍ਹਿਆ ਤਾਂ ਮਾਤਾ ਗੰਗਾ ਜੀ ਨੇ ਉਸ ਵੇਲੇ ਖਬਰ ਕਰ ਦਿੱਤੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਤੇ ਆਪ ਮਾਤਾ ਜੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੈਠ ਕੇ ਦੇਖ ਰਹੇ ਹਨ ਅਤੇ ਆਪਣੇ ਪਿਆਰੇ ਸੁਪੁੱਤਰ ਨੂੰ ਜੋ ਦੁੱਖ ਹੋ ਰਿਹਾ ਹੈ ਤਾਪ ਦੇ ਨਾਲ, ਉਹਨਾਂ ਨੂੰ ਦਿਲਾਸਾ ਦੇ ਰਹੇ ਹਨ। ਨਿਜ ਹਾਥ ਲਗਾਏ ਰਹੀ ਤਨ ਕੋ, ਸੁਧ ਬੂਝਤ ਪੀਰ ਬੜੀ ਮਨ ਕੋ। ਇਤਨੇ ਮੈਂ ਸ਼੍ਰੀ ਗੁਰ ਆਪ ਆਏ, ਨਿਜ ਨੰਦਨ ਦੇਖਾ ਸਮੀਪ ਪਾਏ। ਮਾਤਾ ਜੀ ਉਹਨਾਂ ਦੇ ਸਰੀਰ ਨੂੰ ਹੱਥ ਲਾ ਕੇ ਦੇਖ ਰਹੇ ਹਨ, ਵਾਰੀ-ਵਾਰੀ ਚੈੱਕ ਕਰ ਰਹੇ ਹਨ ਕਿ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਲਤ ਹੈ, ਉਸ ਨੂੰ ਵਾਰ-ਵਾਰ ਦੇਖ ਰਹੇ ਹਨ ਤੇ ਉਹਨਾਂ ਦੇ ਮਨ ਨੂੰ ਬੜਾ ਦੁੱਖ ਹੋ ਰਿਹਾ ਹੈ। ਕਿਉਂਕਿ ਕੋਈ ਵੀ ਮਾਂ ਇਹ ਗੱਲ ਸਹਿਣ ਨਹੀਂ ਕਰ ਸਕਦੀ ਕਿ ਉਹਨਾਂ ਦੇ ਹੁੰਦਿਆਂ ਔਲਾਦ ਨੂੰ ਕੋਈ ਦੁੱਖ ਪਹੁੰਚੇ। ਤੇ ਇੰਨੀ ਦੇਰ ਨੂੰ ਕਵੀ ਜੀ ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਆ ਗਏ ਅਤੇ ਆਪਣੇ ਸਪੁੱਤਰ ਨੂੰ ਦੇਖਿਆ ਤੇ ਉਹਨਾਂ ਦੇ ਕੋਲ ਆ ਕੇ ਬੈਠ ਗਏ ਹਨ। ਮਨ ਵਿਆਕੁਲ ਗੰਗ ਵਿਸ਼ਾਲ ਲਖੀ, ਦ੍ਰਿਗ ਡੋਰਤ ਹੇਰਤ ਨੰਦ ਦੁਖੀ। ਤਪ ਖਾਨ ਰੋ ਪਾਨ ਬਿਸੂਰਤ ਹੈ, ਚਿਤ ਚਿੰਤ ਮਨੋ ਇਹ ਮੂਰਤ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਹਿਸੂਸ ਕੀਤਾ ਕਿ ਮਾਤਾ ਗੰਗਾ ਜੀ ਬਹੁਤ ਵਿਆਕੁਲ ਹਨ, ਬਹੁਤ ਦੁਖੀ ਹਨ। ਪੁੱਤਰ ਨੂੰ ਦੁਖੀ ਦੇਖ ਕੇ ਉਹਨਾਂ ਦੀਆਂ ਅੱਖੀਆਂ 'ਚੋਂ ਜਲ ਵਹਿ ਰਿਹਾ ਹੈ ਤੇ ਉਸ ਦੁੱਖ ਕਰਕੇ ਖਾਣਾ ਪੀਣਾ ਵੀ ਛੱਡ ਦਿੱਤਾ ਹੈ। ਆਪਾਂ ਆਮ ਘਰਾਂ ਦੇ ਵਿੱਚ ਉਦਾਹਰਣ ਹੈ ਕਿ ਪੁੱਤਰ ਨੂੰ ਕੋਈ ਤਕਲੀਫ ਹੋਵੇ ਤਾਂ ਮਾਤਾ ਨੂੰ ਖਾਣਾ ਪੀਣਾ ਨਹੀਂ ਸੁੱਝਦਾ, ਉਸ ਦੀ ਭੁੱਖ ਪਿਆਸ ਖਤਮ ਹੋ ਜਾਂਦੀ ਹੈ ਤੇ ਉਹ ਆਪਣੇ ਚਿੱਤ ਦੇ ਵਿੱਚ ਚਿੰਤਾ ਕਰਕੇ ਮਨ ਨੂੰ ਚਿੰਤਾ ਦੀ ਮੂਰਤ ਬਣ ਕੇ ਬੈਠੇ ਹਨ। ਨਹਿ ਆਨ ਬਿਖੈ ਮਨ ਕਾਰਜ ਕੋ, ਹਿਮ ਸੰਕਟ ਦੇਖ ਸੋ ਆਰਜ ਕੋ। ਡਿਗ ਬੈਠ ਗਏ ਕਰੁਣਾ ਕਰਕੇ, ਸੁਤ ਦੇ ਸੁਤਾਪ ਰਿਓ ਚਰ ਕੇ। ਉਹਨਾਂ ਦਾ ਕਿਸੇ ਹੋਰ ਕਾਰਜ ਵਿੱਚ, ਹੋਰ ਕੰਮ ਦੇ ਵਿੱਚ ਮਨ ਨਹੀਂ ਲੱਗ ਰਿਹਾ। ਇਸ ਤਰ੍ਹਾਂ ਪੁੱਤਰ ਦੀ ਮਾਤਾ ਜੀ ਸੰਕਟ ਵਿੱਚ ਵੇਖ ਕੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਕੇ ਨੇੜੇ ਹੋ ਕੇ ਬਿਰਾਜਮਾਨ ਹੋ ਗਏ
ਪੁੱਤਰ ਦੀ ਦੇਹ ਨੂੰ ਤਾਪ ਚੜਿਆ ਹੋਇਆ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਆਪਣੇ ਪੁੱਤਰ ਦੇ ਨੇੜੇ ਆਏ ਹਨ। ਗਨ ਦਾਸ ਪਿਖੇ ਦੁਖ ਪਾਵਤ ਹੈ, ਮੁਰਝਾਏ ਕਛੂ ਨਾ ਸੁਆਵਤ ਹੈ। ਸਭ ਹੁਨ ਮਨੋ ਜਰ ਜੀਵਨ ਕੀ, ਮਨ ਆਨੰਦ ਧੀਰਗ ਥੀਵਨ ਕੀ। ਕਵੀ ਜੀ ਕਹਿੰਦੇ ਮਾਤਾ ਜੀ ਵੀ ਦੁਖੀ ਹਨ ਅਤੇ ਹਰਗੋਬਿੰਦ ਸਾਹਿਬ ਜੀ ਦੇ ਬਿਮਾਰ ਹੋਣ ਕਰਕੇ ਜਿੰਨੇ ਵੀ ਉਹਨਾਂ ਦੇ ਸੇਵਕ ਹਨ, ਸਾਰੇ ਸਮੂਹ ਸੇਵਕ, ਭਾਵੇਂ ਕੋਈ ਗੁਰੂ ਕੇ ਲੰਗਰ ਦੀ ਸੇਵਾ ਕਰਨ ਵਾਲਾ, ਗੁਰੂ ਕੇ ਦਰਬਾਰ ਦੀ ਸੇਵਾ ਕਰਨ ਵਾਲਾ, ਗੁਰੂ ਕੇ ਘੋੜਿਆਂ ਦੀ ਸੇਵਾ ਕਰਨ ਵਾਲਾ, ਹਰ ਇੱਕ ਪ੍ਰਕਾਰ ਦਾ ਜਿਹੜਾ ਸੇਵਕ ਹੈ ਉਹ ਸਾਰੇ ਹੀ ਦੁਖੀ ਹਨ, ਵਿਆਕੁਲ ਹਨ। ਤੇ ਉਹਨਾਂ ਦੇ ਚਿਹਰੇ ਮੁਰਝਾਏ ਹੋਏ ਸਨ ਤੇ ਕੁਝ ਵੀ ਸੋਹੰਦਾ ਨਹੀਂ ਸੀ, ਭਾਵ ਕਿ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਸਾਰਿਆਂ ਦੇ ਜੀਵਨ ਦੀ ਜੜ ਹੈ, ਅਤਿਅੰਤ ਆਨੰਦ ਵਿੱਚ ਹੋਣ ਦਾ ਜਿਹੜਾ ਸੋਮਾ ਹੈ ਉਹ ਹਰਗੋਬਿੰਦ ਜੀ ਸਨ। ਕਿਉਂਕਿ ਹਰਗੋਬਿੰਦ ਜੀ ਸਾਹਿਬ ਜੀ ਕਰਕੇ ਹੀ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਸੀ। ਜਿਹੜੇ ਉਹਨਾਂ ਦੇ ਨਾਲ ਦੇ ਹਾਣੀ ਗੁਰੂ ਕੇ ਸਿੱਖ ਹਨ ਉਹ ਸਤਿਗੁਰੂ ਜੀ ਦੇ ਨਾਲ ਖੇਡਦੇ ਹਨ, ਪਰ ਅੱਜ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਮਾਰ ਹੋਣ ਕਰਕੇ ਮੰਜੇ ਤੇ ਹਨ। ਇਸੇ ਕਰਕੇ ਸਾਰਿਆਂ ਦਾ ਜੀਵਨ ਜੋ ਹੈ ਬਹੁਤ ਮੁਰਝਾਇਆ ਹੋਇਆ ਹੈ, ਸਾਰਿਆਂ ਦੇ ਚਿਹਰੇ ਬਹੁਤ ਉਦਾਸ ਹਨ। ਏਮ ਸ੍ਰੀ ਗੁਰੂ ਦੇਖਾ ਵਿਸੇਖ ਦੁਖੀ, ਪਰਵਾਰ ਆਧਾਰ ਸਭੀ ਬਿਲਖੀ। ਤਜ ਆਨ ਉਪਾਵ ਬੜੇ ਜਗ ਕੇ, ਪਰਮੇਸ਼ਰ ਪ੍ਰੀਤ ਰਹੀ ਲਗ ਕੇ। ਜਦੋਂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਨੇ, ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਦੇਖਿਆ ਕਿ ਸਾਰਾ ਪਰਿਵਾਰ ਅਤੇ ਸਾਰੇ ਸੇਵਕ ਬਹੁਤ ਦੁਖੀ ਹਨ, ਕਿ ਸਾਰੇ ਪਰਿਵਾਰ ਦਾ ਜਿਹੜਾ ਆਧਾਰ ਹੈ, ਆਸਰਾ ਹੈ, ਹਰਗੋਬਿੰਦ ਜੀ ਸਾਹਿਬ ਜੀ ਮਹਾਰਾਜ, ਉਹ ਆਪ ਮੁਰਝਾਏ ਹੋਏ ਹਨ, ਕਿਉਂਕਿ ਬੁਖਾਰ ਕਰਕੇ ਸਰੀਰ ਵਿਆਕੁਲ ਹੈ। ਅਤੇ ਗੁਰੂ ਜੀ ਨੇ ਜਗਤ ਦੇ ਹੋਰ ਸਾਰੇ ਵੱਡੇ ਵੱਡੇ ਉਪਾਅ ਛੱਡ ਕੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਯਾਦ ਕੀਤਾ ਕਿ ਹੁਣ ਦੁੱਖ ਦੇ ਸਮੇਂ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਹਨ ਜੋ ਕਿ ਸਹਾਇਤਾ ਕਰ ਸਕਦੇ ਹਨ। ਉਹਨਾਂ ਦੀ ਕਿਰਪਾ ਦੇ ਨਾਲ ਹੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਇਹ ਸਰੀਰਕ ਤੌਰ ਤੇ ਕਸ਼ਟ ਆਇਆ ਹੈ, ਇਸ ਦੀ ਨਿਵਰਤੀ ਹੋ ਸਕਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਅਕਾਲ ਪੁਰਖ ਨੂੰ ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ ਯਾਦ ਕਰਦੇ ਹਨ। ਸਤਨਾਮ ਸੋ ਮੰਤਰ ਮਹਾ ਜਪ ਕੈ, ਬੜ ਦਾਰੁਨ ਕਾਰਨ ਜੇ ਤਪ ਕੈ। ਕਰ ਸ੍ਰੀ ਗੁਰੂ ਫੇਰਨ ਕੀ ਨ ਜਪੈ, ਮੁਖ ਪੈ ਤਨ ਪੈ ਹਤ ਤਾਪ ਤਬੈ। ਜੋ ਮਹਾ ਮੰਤਰ ਹੈ ਸਤਨਾਮ, ਸਤਿਗੁਰੂ ਮਹਾਰਾਜ ਜੀ ਉਸ ਦਾ ਜਾਪ ਕਰਦੇ ਹਨ, ਤੇ ਜੋ ਭਿਆਨਕ ਤਾਪਾਂ ਦੀ ਨਿਵਰਤੀ ਦਾ ਦਾਰੂ ਹੈ, ਕਿਉਂਕਿ ਸਾਹਿਬ ਜੀ ਕਹਿੰਦੇ ਸਰਬ ਰੋਗ ਕਾ ਔਖਦ ਨਾਮ। ਜਿੱਥੇ ਸਤਿਗੁਰੂ ਜੀ ਸੰਸਾਰਕ ਦਵਾਈਆਂ ਬੂਟੀਆਂ ਵਰਤਣ ਦੀ ਗੱਲ ਕਰਦੇ ਹਨ, ਉੱਥੇ ਨਾਲ ਹੀ ਜਿਹੜੀ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਦੀ ਦਵਾ ਹੈ ਉਹ ਵੀ ਸਤਿਗੁਰੂ ਜੀ ਸਾਨੂੰ ਦੱਸਦੇ ਹਨ। ਕਿਉਂਕਿ ਜੇ ਦਵਾ ਅਤੇ ਦਾਰੂ ਦੋਵੇਂ ਇਕੱਠੀਆਂ ਵਰਤੀਆਂ ਜਾਣ ਤਾਂ ਇਹਨਾਂ ਦਾ ਅਸਰ ਜਲਦੀ ਹੋ ਜਾਂਦਾ ਹੈ। ਸੰਸਾਰਕ ਦਾਰੂ ਪਰਮੇਸ਼ਰ ਪਰਮਾਤਮਾ ਦੇ ਦਰ ਤੇ ਕੀਤੀ ਹੋਈ ਦਵਾ ਦੇ ਨਾਲ, ਅਰਦਾਸ ਦੇ ਨਾਲ ਜਲਦੀ ਅਸਰ ਕਰਦੀ ਹੈ। ਹੁਣ ਸਤਿਗੁਰੂ ਮਹਾਰਾਜ ਜੀ ਮਹਾ ਮੰਤਰ ਸਤਨਾਮ ਦਾ ਜਾਪ ਕਰਕੇ, ਜੋ ਕਿ ਸਾਰਿਆਂ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਮੰਤਰ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦ ਪੁੱਤਰ ਦੇ ਮੂੰਹ ਦੇ ਉੱਪਰ ਅਤੇ ਸਰੀਰ ਦੇ ਉੱਪਰ ਹੱਥ ਫੇਰਿਆ ਤਾਂ ਉਸੇ ਵੇਲੇ ਹੀ ਕਵੀ ਰਾਜ ਜੀ ਕਹਿੰਦੇ ਤਾਪ ਲੈ ਗਿਆ, ਭਾਵ ਕੇ ਤਾਪ ਨਾਸ਼ ਹੋ ਗਿਆ। ਨਾ ਰਹਿਓ ਤਪਿਓ ਤਤਕਾਲ ਹਇਓ, ਉਠ ਸ੍ਰੀ ਹਰਿ ਗੋਬਿੰਦ ਬੈਠ ਗਇਓ। ਜਿਮ ਪੂਰਬ ਖੇਲਤ ਮੋਦ ਤਰੇ, ਤਿਸ ਰੀਤ ਮਹਾ ਹਰਿ ਖੰਤ ਫਿਰੇ। ਕਵੀ ਜੀ ਕਹਿੰਦੇ ਜਦੋਂ ਮਹਾ ਮੰਤਰ ਦਾ ਜਾਪ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਤਾਂ ਕਹਿੰਦੇ ਉਸੇ ਵੇਲੇ ਤਾਪ ਉਤਰ ਗਿਆ, ਨਾ ਤਾਪ ਰਿਹਾ ਅਤੇ ਤੁਰੰਤ ਹੀ ਦੂਰ ਹੋ ਗਿਆ। ਅਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਸਰੀਰ ਬੁਖਾਰ ਕਰਕੇ, ਤਾਪ ਕਰਕੇ ਨਿਢਾਲ ਹੋ ਗਿਆ ਸੀ, ਉਹ ਉਸੇ ਵੇਲੇ ਉੱਠ ਕੇ ਬੈਠ ਗਏ। ਜਿਵੇਂ ਪਹਿਲਾਂ ਖੇਡਾਂ ਖੇਡ ਕੇ ਪ੍ਰਸੰਨ ਹੁੰਦੇ ਸਨ, ਉਸੇ ਤਰ੍ਹਾਂ ਫੇਰ ਖੁਸ਼ੀ ਵਿੱਚ ਖੇਡਾਂ ਖੇਡਣ ਲੱਗ ਪਏ।
ਅੱਜ ਵੀ ਕਈ ਐਸੇ ਗੁਰੂ ਕੇ ਸਿੱਖ ਹਨ ਜਿਹੜੇ ਗੁਰੂ ਦੀ ਬਾਣੀ ਤੇ ਗੁਰੂ ਦਰਬਾਰ ਤੇ ਐਸਾ ਸਿਦਕ ਤੇ ਭਰੋਸਾ ਰੱਖਦੇ ਹਨ, ਜੋ ਸੰਸਾਰਿਕ ਦਵਾ ਦਾਰੂ ਬਹੁਤ ਘੱਟ ਵਰਤਦੇ ਹਨ। ਕੇਵਲ ਤੇ ਕੇਵਲ ਗੁਰੂ ਬਾਣੀ ਆਸਰੇ, ਅਰਦਾਸ ਦੇ ਆਸਰੇ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਪਰ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਦੋਵੇਂ ਸਿਧਾਂਤ ਸਾਨੂੰ ਬਖਸ਼ੇ ਹਨ। ਪੰਜਵੇਂ ਪਾਤਸ਼ਾਹ ਜੀ ਨੇ ਜਿੱਥੇ ਤਰਨਤਾਰਨ ਸਾਹਿਬ ਵਿਖੇ ਰੋਗੀਆਂ ਦੇ ਰੋਗ ਦੂਰ ਕਰਨ ਵਾਸਤੇ ਪਹਿਲਾ ਦਵਾਖਾਨਾ ਤਰਨਤਾਰਨ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਜੀ ਨੇ ਸਥਾਪਿਤ ਕੀਤਾ ਸੀ, ਨਾਲ ਹੀ ਉੱਥੇ ਗੁਰੂ ਕੀ ਬਾਣੀ, ਅਰਦਾਸ ਅਤੇ ਸਤਿਨਾਮ ਵਾਹਿਗੁਰੂ ਮੰਤਰ ਦੇ ਜਾਪ ਵੀ ਗੁਰੂ ਸਿੱਖਾਂ ਨੂੰ ਦੱਸੇ ਹਨ ਕਿ ਭਾਈ ਸੰਸਾਰਿਕ ਦਵਾ ਦਾਰੂ ਵੀ ਜ਼ਰੂਰੀ ਹੈ ਅਤੇ ਨਾਲ ਗੁਰਮੰਤਰ ਦੇ ਜਾਪ ਕਰਕੇ, ਬਾਣੀ ਪੜ੍ਹ ਕੇ, ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਫਿਰ ਉਸ ਦਵਾ ਦਾ, ਉਸ ਦਾਰੂ ਦਾ ਜੋ ਅਸਰ ਹੁੰਦਾ ਹੈ, ਇਸ ਦੇ ਨਾਲ ਸਰੀਰਕ ਕਸ਼ਟਾਂ ਦੀ ਨਿਵਰਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਤਾਪ ਲੈ ਗਿਆ ਅਤੇ ਫਿਰ ਦੁਬਾਰਾ ਖੇਡਾਂ ਖੇਡ ਕੇ ਪ੍ਰਸੰਨ ਹੁੰਦੇ ਹਨ। ਉਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਆਪਣੀ ਖੁਸ਼ੀ ਵਿੱਚ ਆ ਕੇ ਆਪਣੇ ਹਾੜ ਦੇ ਬੱਚਿਆਂ ਦੇ ਨਾਲ ਖੇਡਾਂ ਖੇਡਣ ਲੱਗ ਪਏ ਹਨ। ਪਰਵਾਰ ਨਿਹਾਰ ਆਨੰਦ ਭਇਓ, ਸਮੁਦਾਇ ਮਿਲੇ ਉਤਰ ਸਾਕਯੋ। ਸਭ ਸ੍ਰੀ ਗੁਰ ਕੋ ਕਰ ਜੋਰ ਕੈ, ਦੁਖ ਬਰਿੰਦ ਤੁਮਾਰ ਅਧੀਨ ਰਹੈ। ਫਿਰ ਕਵੀ ਜੀ ਕਹਿੰਦੇ ਇਹ ਦੇਖ ਕੇ ਸਾਰਾ ਪਰਿਵਾਰ ਬਹੁਤ ਖੁਸ਼ ਹੋ ਗਿਆ। ਸਾਰਿਆਂ ਨੇ ਮਿਲ ਕੇ ਬੜੀ ਖੁਸ਼ੀ ਪ੍ਰਗਟ ਕੀਤੀ, ਬੜਾ ਆਨੰਦ ਮਨਾਇਆ ਤੇ ਸਾਰਿਆਂ ਨੇ ਇਕੱਠੇ ਹੋ ਕੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਰੇ ਦੁੱਖ, ਸਾਰੇ ਕਸ਼ਟ ਆਪ ਜੀ ਦੇ ਅਧੀਨ ਰਹਿੰਦੇ ਹਨ, ਭਾਵ ਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੋ ਤੇ ਸਾਰੇ ਦੁੱਖ ਤੇ ਸਾਰੇ ਸੁੱਖ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਮਰਜ਼ੀ ਦੇ ਵਿੱਚ ਹਨ, ਉਸ ਦੇ ਅਧੀਨ ਹਨ। ਸਤਿਗੁਰੂ ਮਹਾਰਾਜ ਜੀ ਨੇ ਕਿਉਂ ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਹੀ ਅੱਜ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੁੱਖਾਂ ਤੋਂ ਨਿਵਰਤੀ ਪ੍ਰਾਪਤ ਕੀਤੀ ਹੈ। ਜਿਮ ਰਾਵਰ ਕੀ ਲਿਖਤੇ ਮਰਜੀ, ਤਮ ਹੋਤ ਸਬੈ ਭਨਤੇ ਅਰਜੀ। ਨਹਿ ਆਪ ਕਛੂ ਕਰ ਸਾਕਤ ਹੈ, ਪਦ ਧੂਲ ਜਮਾ ਦਿਕ ਸਾਕਤ ਹੈ। ਤਾਂ ਕਵੀ ਜੀ ਕਹਿੰਦੇ ਸੰਗਤਾਂ ਬੇਨਤੀ ਕਰਦੀਆਂ ਹਨ, ਹੇ ਮਹਾਰਾਜ ਜਿਵੇਂ ਆਪ ਜੀ ਦੀ ਮਰਜ਼ੀ ਸਮਝਦੇ ਹਨ, ਉਹ ਦੁੱਖ, ਉਹ ਰੋਗ ਸਾਰੇ ਉਸੇ ਅਨੁਸਾਰ ਹੋ ਕੇ ਆਪ ਅੱਗੇ ਬੇਨਤੀਆਂ ਕਰਦੇ ਹਨ। ਇਸੇ ਤਰ੍ਹਾਂ ਸਤਿਗੁਰੂ ਜੀ ਨੂੰ ਕਹਿੰਦੇ ਉਹ ਆਪ ਦੀ ਆਗਿਆ ਬਿਨਾਂ ਕੁਝ ਨਹੀਂ ਕਰ ਸਕਦੇ, ਕਿਉਂਕਿ ਧਰਮ ਰਾਏ ਅਬ ਕਹਾ ਕਰੇਗੋ, ਜੋ ਫਾਟਿਓ ਸਗਲੋ ਲੇਖਾ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦਰਬਾਰ ਦੀ ਸੇਵਾ ਕਰਨ ਵਾਲਿਆਂ ਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਗਰੰਟੀ ਦਿੰਦੇ ਹਨ, ਇੱਥੋਂ ਤੱਕ ਜਾਮਨੀ ਭਰਦੇ ਹਨ ਕਿ ਜਿਹੜਾ ਗੁਰੂ ਕਾ ਸਿੱਖ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰੇਗਾ, ਕਾਮ ਕ੍ਰੋਧ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਕੇ ਸ਼ੁੱਧਤਾ ਦੇ ਨਾਲ ਆਪਣਾ ਜੀਵਨ ਜਿਉਵੇਗਾ, ਤਾਂ ਸਾਹਿਬ ਜੀ ਕਹਿੰਦੇ ਧਰਮ ਰਾਜਾ ਵੀ ਉਸ ਦੇ ਅੱਗੇ ਆਪਣਾ ਜ਼ੋਰ ਨਹੀਂ ਚਲਾ ਸਕਦਾ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ। ਧਰਮ ਰਾਜ ਦੇ ਦੂਤਾਂ ਨੂੰ ਵੀ ਇਹ ਹੁਕਮ ਹੈ ਕਿ ਜਿੱਥੇ ਗੁਰੂ ਦੀ ਬੰਦਗੀ ਕਰਨ ਵਾਲਾ, ਸੇਵਾ ਕਰਨ ਵਾਲਾ ਗੁਰੂ ਸਿੱਖ ਹੈ, ਗੁਰੂ ਕੇ ਸਿੱਖ ਦਾ ਪਰਿਵਾਰ ਹੈ, ਉੱਥੇ ਫਿਰ ਸਾਹਿਬ ਜੀ ਕਹਿੰਦੇ ਦੂਤਾਂ ਨੂੰ ਜਾਣ ਦੀ ਆਗਿਆ ਨਹੀਂ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤ ਬੇਨਤੀ ਕਰਦੀ ਹੈ ਕਿ ਸਤਿਗੁਰੂ ਮਹਾਰਾਜ ਜੀ ਉਹ ਸਾਰੇ ਹੀ ਜੋ ਦੁੱਖ ਹਨ ਉਹ ਆਪ ਜੀ ਦੀ ਆਗਿਆ ਵਿੱਚ ਹਨ, ਆਪ ਜੀ ਦੀ ਆਗਿਆ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਜਮ ਆਦਿ ਵੀ ਆਪ ਜੀ ਦੇ ਚਰਨਾਂ ਦੀ ਧੂੜੀ ਨੂੰ ਉਡੀਕਦੇ ਰਹਿੰਦੇ ਹਨ। ਸੁਨ ਸ੍ਰੀ ਗੁਰੂ ਨਾਮ ਵਿਸ਼ੇਸ਼ਤ ਹੈ, ਸਿੱਖ ਸੰਗਤ ਕੋ ਉਪਦੇਸ਼ਤ ਹੈ। ਇਹ ਮੰਤਰ ਮਹਾ ਸਤਨਾਮ ਹੈ, ਨਿਜ ਜੀ ਜਪੈ ਸੋ ਅਰੋਗ ਚਹੈ। ਹੁਣ ਸੰਗਤਾਂ ਦੀ ਗੱਲ ਸੁਣ ਕੇ ਕਵੀ ਜੀ ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਭਾਈ ਇਹ ਜੋ ਸਤਨਾਮ ਦਾ ਮਹਾ ਮੰਤਰ ਹੈ, ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤਾ ਹੈ, ਜੋ ਅਰੋਗ ਰਹਿਣਾ ਚਾਹੁੰਦਾ ਹੈ, ਦੁੱਖਾਂ ਤੋਂ ਨਿਵਰਤੀ ਚਾਹੁੰਦਾ ਹੈ, ਉਹ ਸਦਾ ਹੀ ਹਰ ਵੇਲੇ ਹੀ ਇਸ ਨੂੰ ਆਪਣੀ ਰਸਨਾ ਦੇ ਨਾਲ ਜਪਣਾ ਕਰੇ।
ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਗੁਰੂ ਕੇ ਸਿੱਖ ਨੂੰ ਹੁਕਮ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਂਦਾ ਹੈ, ਉਹ ਭਲ ਕੇ ਉੱਠੇ, ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰੇ ਤੇ ਹਰ ਨਾਮ ਧਿਆਵੈ। ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਕਰੇ। ਸਾਰੇ ਧਰਮਾਂ ਦੀ ਆਪੋ ਆਪਣੀ ਮਰਿਆਦਾ ਹੈ, ਆਪੋ ਆਪਣੇ ਨਾਮ ਰੱਖ ਕੇ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਨ। ਪਰ ਜਿਹੜਾ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਮਾਰਗ ਬਖਸ਼ਿਆ, ਇਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇੱਕ ਸਾਨੂੰ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ ਅਤੇ ਇੱਕ ਸਤਿਨਾਮ ਮਹਾ ਮੰਤਰ ਬਖਸ਼ਿਆ ਹੈ ਅਤੇ ਖੰਡੇ ਬਾਟੇ ਦੀ ਪਹੁਲ ਲੈਣ ਤੋਂ ਬਾਅਦ ਪੰਜ ਪਿਆਰੇ ਸਾਨੂੰ ਮੂਲ ਮੰਤਰ ਦਿੰਦੇ ਹਨ, ਜੋ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਆਪਾਂ ਜਪਦੇ ਹਾਂ। ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਨ੍ਹਾਂ ਨੇ ਵੀ ਆਪਣੇ ਸਰੀਰ ਦੇ ਰੋਗ, ਸਰੀਰ ਦੇ ਕਸ਼ਟ ਖਤਮ ਕਰਨੇ ਹਨ, ਉਹ ਮਹਾ ਮੰਤਰ ਸਤਿਨਾਮ ਦਾ ਹਰ ਵੇਲੇ ਜਾਪ ਕਰੋ। ਕਿਉਂਕਿ ਜਾਪ ਕਰਨ ਦੇ ਨਾਲ ਇੱਕ ਤਾਂ ਅੰਤਰ ਆਤਮਾ ਜੋ ਸਾਡਾ ਮਨ ਹੈ ਇਹ ਸ਼ਾਂਤ ਹੋਵੇਗਾ। ਹੁਣ ਜਿਨ੍ਹਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਆਪਣੇ ਆਪ ਟਿਕ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਜਦੋਂ ਮਨ ਦੇ ਅੰਦਰ ਭਟਕਣਾ ਹੈ, ਮਨ ਦੇ ਅੰਦਰ ਬਲਬਲੇ ਖਿਆਲ ਫੁਰਨੇ ਚੱਲਦੇ ਰਹਿੰਦੇ ਹਨ, ਫਿਰ ਉਹ ਮਨ ਬੇਚੈਨ ਰਹਿਣ ਕਰਕੇ ਸਰੀਰ ਨੂੰ ਵੀ ਕਸ਼ਟ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਮਨ ਟਿਕ ਜਾਂਦਾ ਹੈ, ਉਹਨਾਂ ਦਾ ਤਨ ਵੀ ਫਿਰ ਸ਼ਾਂਤ ਹੋ ਜਾਂਦਾ ਹੈ। ਤਨ ਨੂੰ ਅਤੇ ਮਨ ਨੂੰ ਸ਼ਾਂਤ ਕਰਨ ਦਾ ਤਰੀਕਾ ਸਤਿਗੁਰੂ ਜੀ ਕਹਿੰਦੇ ਸਤਿਨਾਮ ਜੋ ਮਹਾ ਮੰਤਰ ਹੈ ਭਾਈ, ਇਸ ਨੂੰ ਹਰ ਵੇਲੇ ਆਪਣੀ ਰਸਨਾ ਦੁਆਰਾ ਜਪਦੇ ਰਹੋ। ਤਨ ਤਾਪ ਕਾ ਇਸ ਤੇਜੋ ਰਹੈ, ਜਗ ਤਿਨਹੁ ਤਾਪਨ ਪਾਖਤ ਹੈ। ਮੁਖ ਧਨ ਜਪੈ ਸਤਿਨਾਮ ਸਦਾ, ਕਿਹ ਸੰਕਟ ਹੋਨ ਨਾ ਦੇਤ ਕਦਾ। ਸਤਿਗੁਰੂ ਜੀ ਕਹਿੰਦੇ ਸਤਿਨਾਮ ਮਹਾ ਮੰਤਰ ਦੇ ਨਾਲ ਤਨ ਦਾ ਤਾਪ ਨਹੀਂ ਰਹੇਗਾ। ਜਿਵੇਂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਤਾਪ ਉਤਰਿਆ ਹੈ, ਇਸੇ ਤਰ੍ਹਾਂ ਸਾਹਿਬ ਕਹਿੰਦੇ ਕਿਸੇ ਦਾ ਵੀ ਤਨ ਕਰਕੇ ਕੋਈ ਰੋਗ ਹੈ ਤਾਂ ਸਤਿਨਾਮ ਮੰਤਰ ਜਪਣ ਦੇ ਨਾਲ ਇਹ ਨਹੀਂ ਰਹੇਗਾ। ਤੇ ਇਹ ਜਗਤ ਦੇ ਤਿੰਨਾਂ ਤਾਪਾਂ ਨੂੰ ਖਤਮ ਕਰਨ ਵਾਲਾ ਹੈ। ਤੀਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ, ਤਾਪੋ ਬਿਘਨ ਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਆਦਿ ਵਿਆਧੀ ਤੇ ਉਪਾਧੀ ਤਿੰਨ ਪ੍ਰਕਾਰ ਦੇ ਤਾਪ ਮੰਨੇ ਗਏ ਹਨ। ਸਰੀਰ ਕਰਕੇ, ਮਨ ਕਰਕੇ, ਵਿਚਾਰਾਂ ਕਰਕੇ ਸਾਹਿਬ ਜੀ ਕਹਿੰਦੇ ਤਨ ਸ਼ੁੱਧ ਹੋ ਜਾਵੇਗਾ, ਰੋਗਾਂ ਤੋਂ ਰਹਿਤ ਹੋ ਜਾਵੇਗਾ। ਤੇ ਜੋ ਸਦਾ ਹੀ ਸਤਿਨਾਮ ਦਾ ਜਾਪ ਕਰਦਾ ਹੈ, ਉਹ ਮੁਖ ਧਨਤਾ ਦੇ ਯੋਗ ਹੈ। ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹਨ, ਕਬੀਰ ਸੁਪਨੈ ਹੂੰ ਬਰੜਾਈ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾਹੀ ਮੇਰੇ ਤਨ ਕੋ ਜਾਮ। ਕਹਿੰਦੇ ਜੇ ਕੋਈ ਗੁਰੂ ਕਾ ਪਿਆਰਾ ਰਾਤ ਨੂੰ ਸੁੱਤਿਆਂ ਹੋਇਆ ਸੁਪਨੇ ਦੇ ਵਿੱਚ ਵੀ ਬਰੜਾ ਕੇ ਰਾਮ ਰਾਮ ਜਪੇ, ਪਰਮਾਤਮਾ ਦਾ ਸਿਮਰਨ ਕਰੇ ਲਿਵ ਜੋੜ ਕੇ, ਤਾਂ ਕਬੀਰ ਸਾਹਿਬ ਕਹਿੰਦੇ ਮੇਰੇ ਤਨ ਦੀਆਂ ਜੁੱਤੀਆਂ ਉਸ ਗੁਰੂ ਸਿੱਖ ਦੇ ਪਿਆਰੇ ਦੇ ਮੈਂ ਚਰਨਾਂ ਵਿੱਚ ਪਾ ਦੇਵਾਂ। ਭਾਵ ਸਤਿਨਾਮ ਜਪਣ ਵਾਲਿਆਂ ਨੂੰ, ਵਾਹਿਗੁਰੂ ਜਪਣ ਵਾਲਿਆਂ ਨੂੰ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਐਨੀ ਵਡਿਆਈ ਅਤੇ ਐਨੀ ਸੋਭਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਉਹਨਾਂ ਨੂੰ ਕਦੇ ਵੀ ਸੰਕਟ ਨਹੀਂ ਆਵੇਗਾ। ਜੇ ਕਿਹੇ ਸੰਕਟ ਹੋਣ ਨ ਦੇਤ ਕਦਾ। ਸਤਿਨਾਮ ਦੇ ਵਿੱਚ ਇੰਨੀ ਤਾਕਤ ਹੈ, ਇੰਨੀ ਸਮਰੱਥਾ ਹੈ ਕਿ ਜਿਹੜਾ ਵੀ ਚਿੱਤ ਜੋੜ ਕੇ ਜਪਦਾ ਹੈ, ਫਿਰ ਉਹਨਾਂ ਦਾ ਸਰੀਰ ਅਰੋਗ ਹੋ ਜਾਂਦਾ ਹੈ। ਬੜ ਭਾਗ ਭਰੇ ਲਿਵ ਲਾਵਤ ਹੈ, ਦੁਖ ਲੋਕ ਪਰਲੋਕ ਨਸਾਵਤ ਹੈ। ਕਹੇ ਸਿੱਖਿਆਨ ਸਾਥ ਵਿਕਾਰਤ ਜੋ, ਸਤਨਾਮ ਭਜੋ ਸਤਨਾਮ ਭਜੋ। ਸਾਹਿਬ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਹਨ, ਬਹੁਤ ਵੱਡੇ ਭਾਗ ਹਨ ਉਹਨਾਂ ਗੁਰੂ ਕੇ ਪਿਆਰਿਆਂ ਦੇ ਜੋ ਸਦਾ ਹੀ ਇਸ ਨਾਮ ਦੇ ਨਾਲ ਆਪਣੀ ਲਿਵ ਲਾਉਂਦੇ ਹਨ। ਭਾਵ ਕਿ ਬਹੁਤ ਵੱਡਾ ਤੇ ਔਖਾ ਕਠਿਨ ਕਾਰਜ ਹੈ, ਆਖਣ ਔਖਾ ਸਾਚਾ ਨਾਉ। ਪਰ ਜਿਨ੍ਹਾਂ ਨੇ ਇਸ ਔਖੇ ਕਾਰਜ ਨੂੰ ਕਰ ਲਿਆ, ਪ੍ਰਮਾਤਮਾ ਦੇ ਨਾਲ ਸਤਨਾਮ ਦੇ ਨਾਲ ਲਿਵ ਲਾ ਲਈ, ਸਾਹਿਬ ਕਹਿੰਦੇ ਫਿਰ ਉਹਨਾਂ ਦੇ ਭਾਗ ਵੀ ਵੱਡੇ ਹੋ ਜਾਂਦੇ ਹਨ ਤੇ ਉਹ ਲੋਕ ਪਰਲੋਕ ਦੇ ਦੁੱਖ ਦੂਰ ਕਰ ਲੈਂਦੇ ਹਨ, ਸੁੱਖਾਂ ਦੀ ਪ੍ਰਾਪਤੀ ਕਰ ਲੈਂਦੇ ਹਨ। ਤੇ ਸਿੱਖਾਂ ਨੂੰ ਮੁਖਾਤਬ ਹੋ ਕੇ, ਸਿੱਖਾਂ ਨੂੰ ਸੰਬੋਧਨ ਕਰਕੇ
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਆਪ ਵਿਕਾਰਾਂ ਨੂੰ ਤਜੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦਵੈਸ਼, ਨਿੰਦਾ, ਈਰਖਾ, ਚੁਗਲੀ ਇਹਨਾਂ ਦਾ ਤਿਆਗ ਕਰੋ ਅਤੇ ਸਤਨਾਮ ਭਜੋ। ਸਤਨਾਮ ਭਜੋ ਹੈ ਭਾਈ, ਸਤਨਾਮ ਦਾ ਮਹਾ ਮੰਤਰ ਦਾ ਜਾਪ ਕਰੋ। ਜੇ ਤੁਸੀਂ ਦੁਨੀਆ ਦੇ ਸੁੱਖ ਲੈਣੇ ਹਨ, ਆਤਮਾ ਦਾ ਸੁੱਖ ਲੈਣਾ ਹੈ, ਰੋਗਾਂ ਤੋਂ ਮੁਕਤੀ ਪਾਉਣੀ ਹੈ, ਤਾਂ ਸਾਹਿਬ ਜੀ ਕਹਿੰਦੇ ਸਤਨਾਮ ਮਹਾ ਮੰਤਰ ਦਾ ਜਾਪ ਕਰੋ। ਦੋਹਰਾ ਇਮ ਕਹੇ ਸ੍ਰੀ ਅਰਜਨ ਗੁਰੂ, ਸ਼ਬਦ ਬਨਾਵਨ ਕੀਨਾ, ਸਤਿਗੁਰ ਅਰ ਸਤਨਾਮ ਕੀ ਮਹਿਮਾ, ਜਿਨ ਮਹਿ ਪੀਨਾ। ਇਸ ਤਰ੍ਹਾਂ ਬਚਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਜਿਸ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਤਨਾਮ ਦੀ ਮਹਿਮਾ ਬੜੀ ਭਰਪੂਰ ਸਤਿਗੁਰੂ ਜੀ ਨੇ ਵਰਣਨ ਕੀਤੀ ਹੈ। ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 620 ਅਤੇ 21 ਤੇ ਸੁਭਾਈਮਾਨ ਹੈ, ਜਿਹੜਾ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤਾਪ ਉਤਾਰਿਆ, ਨਿਰੋਗ ਕੀਤਾ। ਉਹ ਪਾਵਨ ਸ਼ਬਦ ਸਤਿਗੁਰੂ ਮਹਾਰਾਜ ਜੀ ਸੋਰਠ ਰਾਗ ਦੇ ਵਿੱਚ ਇਸ ਤਰ੍ਹਾਂ ਬਿਆਨ ਕਰ ਰਹੇ ਹਨ। ਸ੍ਰੀ ਮੁਖ ਵਾਕ ਸੋਰਠ ਮਹੱਲਾ ਪੰਜਵਾ, ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਰਾਖਿਆ, ਹਰ ਗੋਬਿੰਦ ਨਵਾ ਨਿਰੋਆ ਰਹਾਉ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਰਠ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦਿਆਂ ਸਾਨੂੰ ਸਮਝਾ ਰਹੇ ਹਨ ਕਿ ਭਾਈ, ਮੇਰੇ ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ, ਸਤਿਗੁਰੂ ਮੇਰੇ ਰੱਖਿਅਕ ਹੋਏ ਤੇ ਉਹਨਾਂ ਨੇ ਕਿਰਪਾ ਕਰਕੇ ਹੱਥ ਦੇ ਕੇ ਹਰਗੋਬਿੰਦ ਸਾਹਿਬ ਜੀ ਨੂੰ ਰੱਖਿਆ ਹੈ ਤੇ ਉਹਨਾਂ ਨੂੰ ਤਾਪ ਤੋਂ ਨਿਵਰਤੀ ਦਵਾਈ ਤੇ ਉਹ ਦੁਬਾਰਾ ਨਵੇਂ ਨਰੋਏ ਹੋ ਗਏ ਹਨ। ਤਾਪ ਗਿਆ ਪ੍ਰਭ ਆਪ ਮਿਟਾਇਆ, ਜਾਨਕੀ ਲਾਜ ਰਖਾਈ। ਸਤਿਗੁਰੂ ਜੀ ਕਹਿੰਦੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤਾਪ ਹਟ ਗਿਆ ਤੇ ਉਹਨਾਂ ਦਾ ਸਰੀਰ ਨਿਰੋਗ ਹੋ ਗਿਆ ਤੇ ਵਾਹਿਗੁਰੂ ਜੀ ਨੇ ਆਪ ਕਿਰਪਾ ਕਰਕੇ ਬਾਲਕ ਹਰਗੋਬਿੰਦ ਸਾਹਿਬ ਜੀ ਦਾ ਤਾਪ ਲਾ ਦਿੱਤਾ ਹੈ ਅਤੇ ਆਪਣੇ ਸੇਵਕ ਦੀ ਲਾਜ ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਜ ਰੱਖੀ ਹੈ। ਸਾਧ ਸੰਗਤ ਤੇ ਸਫਲ ਪਾਏ, ਸਤਿਗੁਰ ਕੈ ਬਲ ਜਾਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮੈਂ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਸ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਨਸੀਬ ਹੋਈ ਹੈ। ਕਿਉਂਕਿ ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਦਰਬਾਰ ਹੈ ਤੇ ਉੱਥੇ ਜੁੜ ਕੇ ਗੁਰਮੁਖ ਪਿਆਰੇ ਹਰ ਜਸ ਕਰਦੇ ਹਨ, ਸਤ ਸੰਗਤ ਕਰਦੇ ਹਨ। ਕਿਉਂਕਿ ਸਾਹਿਬ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਗੁਰੂ ਕੇ ਪਿਆਰੇ ਇੱਕ ਨਾਮ ਦੀ, ਇੱਕ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਨੂੰ ਬਿਆਨ ਕਰਦੇ ਹਨ, ਉਸ ਦਾ ਵਖਾਣ ਕਰਦੇ ਹਨ, ਉਹ ਸਤ ਸੰਗਤ ਹੈ। ਤੇ ਸਤ ਸੰਗਤ ਮਿਲਦੀ ਹੈ ਗੁਰੂ ਦੇ ਚਰਨਾਂ ਦੇ ਵਿੱਚੋਂ, ਗੁਰੂ ਦੀ ਕਿਰਪਾ ਦੇ ਨਾਲ। ਇਸ ਕਰਕੇ ਸਾਹਿਬ ਕਹਿੰਦੇ ਮੈਂ ਸਤਿਗੁਰੂ ਤੋਂ ਬਲਿਹਾਰ ਹਾਂ, ਸਦਕੇ ਹਾਂ, ਕੁਰਬਾਨ ਹਾਂ, ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਨਸੀਬ ਹੋਈ ਅਤੇ ਸਾਰੇ ਫਲ ਪ੍ਰਾਪਤ ਹੋਏ ਹਨ। ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਸਤਿਗੁਰੂ ਜੀ ਕਹਿੰਦੇ ਸਾਡੇ ਕਿਸੇ ਔਗੁਣ ਤੇ ਗੁਣ ਨੂੰ ਨਾ ਵਿਚਾਰਿਆ, ਭਾਵ ਕਿ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ। ਆਪ ਤਾਂ ਸਤਿਗੁਰੂ ਮਹਾਰਾਜ ਜੀ ਅਕਾਲ ਪੁਰਖ ਦਾ ਹੀ ਸਰੂਪ ਹਨ, ਔਗੁਣਾਂ ਤੋਂ ਰਹਿਤ ਹਨ, ਕੇਵਲ ਤੇ ਕੇਵਲ ਗੁਣਾਂ ਦੀ ਖਾਣ ਹਨ। ਪਰ ਸਾਨੂੰ ਸਮਝਾ ਰਹੇ ਹਨ ਕਿ ਅਸੀਂ ਜਿਹੜੇ ਸੰਸਾਰਕ ਜੀਵ ਹਾਂ, ਬਹੁਤ ਹੀ ਔਗਣ ਹਾਰੇ ਹਾਂ, ਪਲ ਪਲ ਖਿਨ ਖਿਨ ਔਗਣ ਕਰਦੇ ਹਾਂ, ਗਲਤੀਆਂ ਕਰਦੇ ਹਾਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਵੇਂ ਸਾਡੇ ਤੇ ਕਿਰਪਾ ਕੀਤੀ ਸਤਿਗੁਰਾਂ ਨੇ, ਸਾਡੇ ਗੁਣ ਔਗਣ ਨਹੀਂ ਵਿਚਾਰੇ ਤੇ ਸਾਡੇ ਲੋਕ ਪਰਲੋਕ ਸਵਾਰ ਦਿੱਤੇ। ਹੁਣ ਜਦੋਂ ਸਤਿਗੁਰੂ ਮਹਾਰਾਜ ਜੀ ਆਪਣੇ ਆਪ ਨੂੰ ਐਨੀ ਨਿਮਰਤਾ ਦੇ ਵਿੱਚ ਰੱਖ ਕੇ, ਆਪਣੇ ਆਪ ਨੂੰ ਐਨੀ ਨਿਮਰਤਾ ਦੇ ਵਿੱਚ ਰੱਖਦੇ ਹੋਏ ਆਪਣੇ ਆਪ ਨੂੰ ਔਗਣ ਹਾਰਾ ਸਮਝਦੇ ਹਨ,
ਇਹ ਕੇਵਲ ਦ੍ਰਿਸ਼ਟਾਂਤ ਹੈ, ਸਾਨੂੰ ਸਮਝਾਉਣ ਵਾਸਤੇ ਹੈ ਕਿ ਅਸੀਂ ਸੰਸਾਰਕ ਲੋਕ ਭਾਵੇਂ ਜਿੰਨੇ ਮਰਜ਼ੀ ਗੁਨਾਹ ਕਰਦੇ ਹਾਂ, ਪਰ ਜੇਕਰ ਆ ਕੇ ਗੁਰੂ ਚਰਨਾਂ ਤੇ ਢਹਿ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਅੱਗੋਂ ਵਾਸਤੇ ਸਿੱਧੇ ਰਸਤੇ ਤੇ ਚੱਲਣ ਦਾ ਯਤਨ ਕਰੀਏ, ਪ੍ਰਣ ਕਰੀਏ, ਤਾਂ ਸਤਿਗੁਰੂ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਕੇ ਸਾਡਾ ਵੀ ਲੋਕ ਅਤੇ ਪਰਲੋਕ ਸਵਾਰ ਸਕਦੇ ਹਨ। ਅਟਲ ਬਚਨ ਗੁਰ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋ ਅਟਲ ਵਚਨ ਹਨ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਸਤਿਗੁਰੂ ਦੇ ਦਰ ਦਾ ਬਿਰਧ ਹੈ, ਉਸ ਦੇ ਦਰ ਦੀ ਮਰਿਆਦਾ ਹੈ ਕਿ ਜੋ ਵੀ ਨਿਮਰਤਾ ਸਹਿਤ ਆ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ, ਉਹਨਾਂ ਤੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਤੇ ਉਹਨਾਂ ਨੇ ਆਪਣਾ ਮੁਬਾਰਕ ਹੱਥ ਮੇਰੇ ਮੱਥੇ ਦੇ ਉੱਤੇ ਰੱਖਿਆ ਤੇ ਉਸ ਦੇ ਸਦਕਾ ਹੀ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਨਿਰੋਗਤਾ ਦੀ ਦਾਤ ਪ੍ਰਾਪਤ ਹੋਈ ਹੈ। ਸੋਰਠ ਮਹੱਲਾ ਪੰਜਵਾ। ਤਾਪ ਗਵਾਇਆ ਗੁਰਪੂਰੇ, ਬਾਜੇ ਅਨਹਦ ਦੂਰੇ। ਫਿਰ ਅੱਗੇ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਦੇ ਹਨ ਕਿ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਮਿਹਰ ਕਰਕੇ ਬਾਲਕ ਹਰਗੋਬਿੰਦ ਦਾ ਤਾਪ ਉਤਾਰਿਆ ਹੈ। ਇਸ ਕਰਕੇ ਉਹ ਆਤਮਿਕ ਆਨੰਦ ਦੇ ਬਾਜੇ ਵੱਜੇ ਹਨ, ਭਾਵ ਕਿ ਖੁਸ਼ੀ ਦੀ ਪ੍ਰਾਪਤੀ ਹੋਈ ਹੈ। ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਸਤਿਗੁਰੂ ਮਹਾਰਾਜ ਜੀ ਨੇ ਸਰਬ ਕਲਿਆਣ ਕੀਤੀ ਹੈ, ਸਾਰੇ ਰੋਗਾਂ ਦਾ ਨਾਸ਼ ਕਰਕੇ, ਤੇ ਸਤਿਗੁਰੂ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ ਹੈ, ਕਰ ਕਿਰਪਾ ਆਪ ਦੀਨੇ। ਵੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ। ਹਰ ਹਰ ਨਾਮ ਧਿਆਈ ਰਹਾਉ। ਸਤਿਗੁਰੂ ਕਹਿੰਦੇ ਇਹ ਜਿਹੜੀ ਵੇਦਨ ਹੈ, ਇਹ ਪੀੜਾ ਹੈ, ਇਹ ਸਤਿਗੁਰਾਂ ਨੇ ਆਪ ਹੀ ਦੂਰ ਕੀਤੀ ਹੈ। ਸਿੱਖ ਅਤੇ ਸੰਤ ਜਨ ਸਾਰੇ ਖਿੜ ਗਏ ਹਨ, ਖੁਸ਼ ਹੋ ਗਏ ਹਨ, ਆਨੰਦ ਤੇ ਪ੍ਰਸੰਨ ਹੋ ਰਹੇ ਹਨ ਤੇ ਉਹ ਅਕਾਲ ਪੁਰਖ ਦਾ ਨਾਮ ਜਪ ਰਹੇ ਹਨ। ਜੋ ਮੰਗੈ ਸੋ ਲੇਵਹਿ, ਪ੍ਰਭ ਆਪਣਿਆ ਸੰਤਾ ਦੇਵਹਿ। ਜੋ ਗੁਰੂ ਦਰਬਾਰ ਦੇ ਵਿੱਚੋਂ ਮੰਗਦੇ ਹਨ, ਜੋ ਉਹਨਾਂ ਦੇ ਮਨ ਦੀ ਇੱਛਾ ਹੈ, ਉਹ ਮਿਲ ਜਾਂਦਾ ਹੈ। ਭਾਵ ਜਿਹੜੇ ਚਿੱਤ ਕਰਕੇ ਮਨ ਬਿਰਤੀ ਕਰਕੇ ਗੁਰੂ ਚਰਨਾਂ ਨਾਲ ਜੁੜੇ ਹਨ, ਜਿਨ੍ਹਾਂ ਨੂੰ ਭਰੋਸਾ ਹੈ, ਕਿਉਂਕਿ ਸਾਹਿਬ ਕਹਿੰਦੇ ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਜਿਨ੍ਹਾਂ ਨੂੰ ਆਪਣੇ ਖਸਮ ਮਾਲਕ ਤੇ ਭਰੋਸਾ ਹੈ, ਫਿਰ ਜੋ ਮੰਗਦੇ ਹਨ ਉਹ ਮਿਲ ਜਾਂਦਾ ਹੈ। ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸੱਚ ਸੁਭਾਖਿਆ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣਿਆਂ ਸੰਤਾਂ ਨੂੰ ਆਪੇ ਦਾਤਾਂ ਦਿੰਦਾ ਹੈ। ਹਰ ਗੋਬਿੰਦ ਦੀ ਪ੍ਰਭੂ ਪਰਮਾਤਮਾ ਨੇ ਰੱਖਿਆ ਕੀਤੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਨੇ ਇਹ ਜੋ ਗੱਲ ਕਹੀ ਹੈ, ਭਾਵ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪੰਜਵੇਂ ਨਾਨਕ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸਮਝ ਕੇ, ਸੇਵਕ ਸਮਝ ਕੇ ਇਹ ਬਚਨ ਕਹਿ ਰਹੇ ਹਨ। ਭਾਈ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚੋਂ ਜਿਨ੍ਹਾਂ ਨੇ ਭਰੋਸਾ ਰੱਖ ਕੇ, ਸਿਦਕ ਰੱਖ ਕੇ ਜੋ ਜੋ ਮੰਗਿਆ ਉਹਨਾਂ ਨੂੰ ਪ੍ਰਾਪਤ ਹੋਇਆ। ਜਿਵੇਂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਸਤਿਗੁਰਾਂ ਨੇ ਕਿਰਪਾ ਕਰਕੇ ਤਾਪ ਦੀ ਨਿਵਰਤੀ ਕੀਤੀ, ਸੋ ਅੱਜ ਦੀ ਕਥਾ ਦੇ ਅੰਦਰ ਆਪਾਂ ਨੇ ਇਹ ਸਰਵਣ ਕੀਤਾ ਹੈ ਕਿ ਕਿਵੇਂ ਭਾਵੇਂ ਸਰੀਰਕ ਤੌਰ ਤੇ ਸਤਿਗੁਰਾਂ ਨੂੰ ਬਹੁਤ ਵੱਡਾ ਕਸ਼ਟ ਆਇਆ, ਪਰ ਮਹਾ ਮੰਤਰ ਦੀ ਕਿਰਪਾ ਦੇ ਨਾਲ, ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਦੁੱਖ ਦੀ ਨਿਵਰਤੀ ਵੀ ਹੋਈ ਹੈ। ਇਸੇ ਤਰ੍ਹਾਂ ਸਤਿਗੁਰੂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਭਾਈ ਜੇ ਸੁਖ ਲੈਣਾ ਹੈ, ਜੇ ਆਨੰਦ ਦੀ ਪ੍ਰਾਪਤੀ ਕਰਨੀ ਹੈ, ਤਾਂ ਗੁਰੂ ਚਰਨਾਂ ਦੇ ਨਾਲ ਜੁੜ ਕੇ, ਗੁਰੂ ਕੀ ਬਾਣੀ ਦੇ ਨਾਲ ਜੁੜ ਕੇ, ਗੁਰੂ ਦਰਬਾਰ ਦੀ ਸੇਵਾ ਦੇ ਨਾਲ ਜੁੜ ਕੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਸਰੀਰਕ ਤੌਰ ਤੇ ਕਸ਼ਟ ਹਰ ਇੱਕ ਨੂੰ ਆਉਂਦਾ ਹੈ, ਭਾਵੇਂ ਕੋਈ ਅਮੀਰ ਹੈ, ਕੋਈ ਗਰੀਬ ਹੈ, ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਆਏ ਹੋਏ ਕਸ਼ਟ ਨੂੰ ਸਹਿਣ ਕਿਵੇਂ ਕਰਨਾ ਹੈ। ਜਦੋਂ ਆਪਾਂ ਉਸ ਪਰਮਾਤਮਾ ਦੇ ਨਾਲ ਲਿਵ ਜੋੜਾਂਗੇ, ਫਿਰ ਆਪਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਵੇਗਾ ਕਿ ਜਿਹੜੇ ਦੁੱਖ ਆਏ ਹਨ, ਜੋ ਕਸ਼ਟ ਆਇਆ ਹੈ, ਇਹ ਵੀ ਉਸ ਪਰਮਾਤਮਾ ਦੀ ਮਰਜ਼ੀ ਹੈ। ਕਿਉਂਕਿ ਗੁਰਬਾਣੀ ਦੇ ਵਿੱਚੋਂ ਸਾਨੂੰ ਸ਼ਬਦ ਮਿਲਦਾ ਹੈ, ਦੁੱਖ ਸੁਖ ਤੇਰੀ ਆਗਿਆ ਪਿਆਰੇ। हे ਪਰਮਾਤਮਾ, हे ਪ੍ਰਭੂ ਪਿਆਰੇ, ਇਹ ਦੁੱਖ ਵੀ ਅਤੇ ਸੁਖ ਵੀ ਤੇਰੀ ਹੀ ਆਗਿਆ ਹੈ
ਤੇ ਇੱਕ ਥਾਂ ਸਤਿਗੁਰੂ ਕਹਿੰਦੇ ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਵੇਂ ਆਪਾਂ ਹਰ ਰੋਜ਼ ਕੱਪੜੇ ਬਦਲਦੇ ਹਾਂ, ਸਵੇਰੇ ਹੋਰ ਪਾਏ ਸ਼ਾਮ ਨੂੰ ਹੋਰ ਬਦਲ ਲੈਂਦੇ ਹਾਂ, ਇਸੇ ਤਰ੍ਹਾਂ ਸਰੀਰ ਦੇ ਉੱਪਰ ਕਦੇ ਦੁੱਖ ਦਾ ਸਮਾਂ ਕਦੇ ਸੁੱਖ ਦਾ ਸਮਾਂ ਸਾਹਿਬ ਕਹਿੰਦੇ ਵਾਰੀ ਦੇ ਨਾਲ ਚੱਲਦੇ ਹੀ ਰਹਿੰਦੇ ਹਨ। ਸੋ ਇਹੋ ਜਿਹੀ ਸਾਨੂੰ ਆਤਮਿਕ ਤੌਰ ਤੇ ਦ੍ਰਿੜਤਾ, ਆਤਮਿਕ ਤੌਰ ਤੇ ਸਿਦਕ ਦੀ ਪ੍ਰਾਪਤੀ ਕੇਵਲ ਗੁਰੂ ਚਰਨਾਂ ਦੇ ਵਿੱਚੋਂ ਹੀ ਮਿਲ ਸਕਦੀ ਹੈ। ਨਹੀਂ ਤਾਂ ਸਾਡੇ ਸਮਾਜ ਦੇ ਵਿੱਚ ਗਿਲਾ ਸ਼ਿਕਵਾ ਹੀ ਹੈ ਪ੍ਰਮਾਤਮਾ ਪ੍ਰਤੀ, ਗੁਰੂ ਚਰਨਾਂ ਪ੍ਰਤੀ। ਪਰ ਜਦੋਂ ਆਪਾਂ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਇਸ ਤਰ੍ਹਾਂ ਕਥਾ ਦੇ ਨਾਲ ਜੁੜਾਂਗੇ, ਗੁਰਬਾਣੀ ਦੇ ਨਾਲ ਜੁੜਾਂਗੇ, ਤਾਂ ਸਾਨੂੰ ਗਿਆਨ ਮਿਲੇਗਾ ਤੇ ਉਸ ਗਿਆਨ ਦੇ ਵਿੱਚੋਂ ਹੀ ਇਹ ਗੱਲ ਸਾਨੂੰ ਪ੍ਰਾਪਤ ਹੋਵੇਗੀ ਕਿ ਇਹ ਦੁੱਖ ਜੋ ਹਨ ਇਹ ਸਰੀਰ ਦੇ ਨਾਲ ਹੀ ਹਨ। ਜਦੋਂ ਤੱਕ ਸਾਡਾ ਸਰੀਰ ਹੈ ਇਹ ਦੁੱਖ ਵੀ ਆਉਣਗੇ ਤੇ ਸੁੱਖ ਵੀ ਸਰੀਰ ਨੇ ਮਾਣਨਾ ਹੈ, ਪਰ ਇਹਨਾਂ ਦੁੱਖਾਂ ਤੋਂ ਘਬਰਾਉਣਾ ਨਹੀਂ, ਗੁਰੂ ਚਰਨਾਂ ਦੇ ਨਾਲ ਜੁੜ ਕੇ ਇਹਨਾਂ ਦਾ ਟਾਕਰਾ ਕਰਨਾ ਹੈ। ਇਹਨਾਂ ਨੂੰ ਸਮਰੱਥ ਜਰਨ ਦੀ ਸ਼ਕਤੀ ਜੋ ਹੈ ਗੁਰੂ ਚਰਨਾਂ ਦੇ ਵਿੱਚੋਂ ਹੀ ਮਿਲਦੀ ਹੈ। ਸੋ ਅੱਜ ਸਤਿਗੁਰੂ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਰੀਰ ਦੇ ਉੱਪਰ ਜਿੰਨਾ ਮਰਜ਼ੀ ਕਸ਼ਟ ਆ ਜਾਵੇ, ਉਸ ਨੂੰ ਗੁਰੂ ਚਰਨਾਂ ਦੇ ਵਿੱਚ ਆ ਕੇ ਅਰਦਾਸ ਕਰਕੇ ਨਾਮ ਬਾਣੀ ਦੇ ਨਾਲ ਜੁੜ ਕੇ ਉਸ ਨੂੰ ਸਹਿਣ ਕਰਨਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਗੁਰੂ ਇਤਿਹਾਸ ਦੀ ਕਥਾ ਦੇ ਨਾਲ ਜੋੜ ਕੇ ਰੱਖਣ ਹਰ ਰੋਜ਼। ਇਸੇ ਤਰ੍ਹਾਂ ਗੁਰੂ ਚਰਨਾਂ ਦਾ ਜੋ ਬੜਮੁੱਲਾ ਇਤਿਹਾਸ ਹੈ ਉਸ ਤੋਂ ਆਪਾਂ ਸਾਰੇ ਜਾਣੂ ਹੁੰਦੇ ਰਹੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰੂ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕਰਦਿਆਂ, ਵਡਿਆਈ ਕਰਦਿਆਂ, ਗੁਰਮਤਿ ਦੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਇਹ ਪੂਰੇ ਗੁਰੂ ਦੀ ਕਥਾ ਹੈ। ਜੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੋਵੇ ਤਾਂ ਹੀ ਵਿਖਿਆਨ ਹੋ ਸਕਦੀ ਹੈ, ਤੇ ਆਮ ਸੰਸਾਰਕ ਜੀਵਾਂ ਦੇ ਬਸ ਦੀ ਗੱਲ ਨਹੀਂ। ਫੇਰ ਵੀ ਸਤਿਗੁਰਾਂ ਨੇ ਜਿਵੇਂ ਬੁਲਾਇਆ ਉਵੇਂ ਬੋਲਣ ਦਾ ਯਤਨ ਕੀਤਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਨੇ ਵੀ ਅਰਦਾਸ ਕਰਨੀ ਕਿ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣ, ਸਾਨੂੰ ਬੈਠਣ ਦਾ, ਸਾਨੂੰ ਬੋਲਣ ਦਾ ਅਤੇ ਸਾਨੂੰ ਕਥਾ ਸਰਵਣ ਕਰਨ ਦੀ ਜਾਚ ਆ ਜਾਵੇ, ਬਲ ਆ ਜਾਵੇ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਆਪਣੇ ਰਹਿੰਦੇ ਸਵਾਸਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ, ਗੁਰੂ ਚਰਨਾਂ ਦੇ ਸੇਵਾ ਦੇ ਨਾਲ ਜੋੜ ਕੇ ਸਫਲੇ ਕਰ ਲੈਣ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਜੀ ਦਾ ਹੁਕਮ, ਉਸੇ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਬੋਲਣ ਦੀ ਜਾਚ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਰਹਿਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਜਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।